ਜਸਟਿਸ ਦੇਖ ਰਹੇ ਤੁਸੀਂ, मैं KP ਸਿੰਘ ਟੂ ਦਾ ਪੁਆਇੰਟ ਤੁਹਾਡਾ ਸਭ ਦਾ ਸਵਾਗਤ ਕਰਦਾ। ਮੋਗਾ ਦੇ ਮਲਕੇ ਵਿੱਚ ਇੱਕ ਬੇਅਦਬੀ ਹੋਈ ਸੀ ਤੇ ਉਸ ਮਾਮਲੇ ਵਿੱਚ ਸਜ਼ਾ ਸੁਣਾਈ ਗਈ ਹੈ। 3 ਡੇਰਾ ਪ੍ਰੇਮੀਆਂ ਨੂੰ ਸਜ਼ਾ ਸੁਣਾਈ ਗਈ ਹੈ ਤੇ ਕੁਝ ਨੂੰ ਬਰੀ ਕੀਤਾ ਗਿਆ ਤੇ ਕੁਝ ਨੂੰ ਭਗੌੜਾ ਲਾਣਿਆ ਗਿਆ। ਇਹ ਸਾਰਾ ਫੈਸਲਾ ਜਦੋਂ ਆਉਂਦਾ ਤੇ ਇਸ ਤੇ ਸਿਆਸਤ ਇਹ ਸਵਾਲ ਕਰਨਾ ਸ਼ੁਰੂ ਕਰ ਦਿੰਦੀ ਹੈ ਕਿ ਸਜ਼ਾ ਜ਼ਿਆਦਾ ਹੋਣੀ ਚਾਹੀਦੀ ਸੀਗੀ, ਇਹਦੀ ਪੈਰਵਾਈ ਉਸ ਢੰਗ ਨਾਲ ਨਹੀਂ ਹੋਈ। ਬਹੁਤ ਸਾਰੇ ਸਵਾਲ ਸਿਆਸਤ ਖੜਾ ਕਰਦੀ ਹੈ। ਕੁੱਲ ਮਿਲਾ ਕੇ ਸਵਾਲ ਇਹ ਖੜਾ ਹੁੰਦਾ ਹੈ ਕਿ ਕ੍ਰੈਡਿਟ ਮੌਜੂਦਾ ਸਰਕਾਰ ਕਹਿੰਦੀ ਹੈ ਕਿ ਅਸੀਂ ਇਹਨਾਂ ਕੇਸਾਂ ਦੀ ਪੈਰਵਾਈ ਕੀਤੀ, ਸਬੂਤ ਮੁਹੱਈਆ ਕਰਵਾਏ, ਸੁਣਵਾਈਆਂ ਚੰਗੀ ਤਰ੍ਹਾਂ ਹੋਈਆਂ, ਅਸੀਂ ਫਰੈਂਡਸ਼ਿਪ ਮੈਚ ਨਹੀਂ ਖੇਡਿਆ, ਇਸ ਲਈ ਸਜ਼ਾ ਹੋਈ। ਦੂਜੀ ਧਿਰ ਕਹਿੰਦੀ ਹੈ ਅਸੀਂ ਬਣਾਈ ਸੀ SIT, ਉਹਨੇ ਸਾਰਾ ਕੇਸ ਪਰਸੂ ਕੀਤਾ, ਉਸ ਤੋਂ ਬਾਅਦ ਸਜ਼ਾ ਹੁੰਦੀ ਹੈ। ਇੱਕ ਧਿਰ ਕਹਿੰਦੀ ਹੈ ਸਜ਼ਾ ਘੱਟ ਕਿਉਂ ਹੋਈ ਹੈ। ਬਹੁਤ ਸਾਰੇ ਸਵਾਲ ਹੈ ਤੇ ਸਵਾਲ ਇੱਕੋ ਹੀ ਹੈ, ਸਜ਼ਾ ਤੇ ਸਿਆਸਤ ਕਿਉਂ। ਇਸ ਪੂਰੇ ਮੁੱਦੇ ਸਿਆਸਤ ਕਹਿੰਦੀ ਕੀ, ਪਹਿਲਾਂ ਸੁਣ ਲਈਏ। ਪੰਜਾਬ ਦੇ ਅੰਦਰ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਕਰਨ ਤੇ 3 ਲੋਕਾਂ ਨੂੰ 3-3 ਸਾਲ ਦੀ ਸਜ਼ਾ ਹੋਈ, ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਬਹੁਤ ਢੋਲ ਪਿੱਟ ਰਹੀ ਹੈ ਕਿ ਅਸੀਂ ਬੇਅਦਬੀ ਕਰਨ ਵਾਲੇ ਸਜ਼ਾਵਾਂ ਦਵਾਤੀਆਂ। ਹਿਰਨ ਮਾਰਨ ਵਾਲੇ ਲੋਕਾਂ ਨੂੰ 5-5 ਸਾਲ ਸਜ਼ਾ ਹੋ ਰਹੀ ਆ, ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਤੇ 3 ਸਾਲ ਦੀ ਸਜ਼ਾ। ਅੱਜ ਇੱਕ ਬੜਾ ਇਤਿਹਾਸਿਕ ਫੈਸਲਾ ਮੋਗੇ ਦੀ ਅਦਾਲਤ 'ਚ ਹੋਇਆ, ਜਿਹਦੇ 'ਚ ਮਲਕੇ ਵਿਖੇ ਜਿਹੜੀਆਂ ਬੇਅਦਬੀਆਂ ਹੋਈਆਂ ਉਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਮਿਲੀਆਂ। 3-3 ਸਾਲ ਦੀ ਸਜ਼ਾ ਹੋਈ। 2015 'ਚ ਮੈਂ ਸੰਗਤ ਨੂੰ ਦੱਸਣਾ ਚਾਹਣਾ ਕਿ ਕਈ ਦੁਖਦਾਈ ਘਟਨਾਵਾਂ ਬੇਅਦਬੀ ਦੀਆਂ ਹੋਈਆਂ। ਅਕਤੂਬਰ 2015 ਦੇ ਵਿੱਚ ਬਰਗਾੜੀ ਦਾ ਦੁਖਦਾਈ ਕਾਂਡ ਹੁੰਦਾ ਹੈ। ਨਵੰਬਰ 2015 'ਚ ਮਲਕੇ ਵਿਖੇ ਗੁਰੂ ਸਾਹਿਬ ਦੀ ਬੇਅਦਬੀ ਹੁੰਦੀ ਹੈ। ਤੁਸੀਂ ਸੰਗਤ ਜੀ ਇਹ ਗੱਲ ਦਾ ਜ਼ਰੂਰ ਧਿਆਨ ਰੱਖੋ ਕਿ 2015 ਨਵੰਬਰ 'ਚ ਜਿਹੜੀ ਘਟਨਾ ਹੁੰਦੀ ਹੈ ਉਹਦੇ ਵਿੱਚ ਤੁਸੀਂ ਵੇਖੋ ਐਵੀਡੈਂਸ ਵੀ ਕਲੈਕਟ ਹੋਇਆ, ਇਨਵੈਸਟੀਗੇਸ਼ਨ ਵੀ ਹੋਈ, ਚਲਾਨ ਵੀ ਪੇਸ਼ ਹੋਏ, ਟ੍ਰਾਇਲ ਵੀ ਹੋਇਆ ਤੇ ਅੱਜ ਸਜ਼ਾਵਾਂ ਵੀ ਮਿਲ ਗਈਆਂ। ਪਹਿਲੀ ਗੱਲ ਤੇ ਮੈਂ ਦੱਸਣਾ ਚਾਹੁੰਦਾ ਹਾਂ ਵੀ ਅੰਡਰ ਸੈਕਸ਼ਨ 295 ਜਿਹੜਾ ਮੌਜੂਦਾ ਪ੍ਰੋਵੀਜ਼ਨ ਹੈ ਉਹਦੇ ਚ ਮੈਕਸਿਮਮ ਜਿਹੜੀ ਪਨਿਸ਼ਮੈਂਟ ਹੈ ਉਹ 3 ਸਾਲ ਦੀ ਹੈ। ਦੂਸਰੀ ਗੱਲ, ਮੇਰਾ ਸਵਾਲ ਹੈ ਅਕਾਲੀ ਦਲ ਨੂੰ ਵੀ, BJP ਨੂੰ ਵੀ ਔਰ ਕੈਪਟਨ ਸਾਹਿਬ ਨੂੰ, ਕਿਉਂਕਿ 2018 ਚ ਪੰਜਾਬ ਦੀ ਵਿਧਾਨ ਸਭਾ ਨੇ ਇੱਕ ਬਿੱਲ ਪਾਸ ਕੀਤਾ ਸੀ ਧਾਰਮਿਕ ਭਾਵਨਾ ਨੂੰ ਲੈ ਕੇ ਜਿਹੜੇ ਕ੍ਰਾਈਮ ਹੈ ਉਹਨਾਂ ਸਜ਼ਾ ਜਿਹੜੀ ਹੈ ਐਨਹਾਂਸ ਹੋਣੀ ਚਾਹੀਦੀ। ਇਹ ਸਜ਼ਾ ਜਿਨ੍ਹਾਂ ਨੂੰ ਹੋਈ ਹੈ ਪ੍ਰਿਥਵੀ ਸਿੰਘ, ਅਮਰਦੀਪ ਸਿੰਘ, ਮਿੱਠੂ ਸਿੰਘ, ਇਹਨਾਂ 3-3 ਸਾਲ ਦੀ ਸਜ਼ਾ ਸੁਣਾਈ ਗਈ ਹੈ। 5-5 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਗਿਆ। ਇਸ ਤੋਂ ਇਲਾਵਾ ਦਲਵਿੰਦਰ ਸਿੰਘ ਤੇ ਸਤਨਾਮ ਸਿੰਘ ਨੂੰ ਅਦਾਲਤ ਨੇ ਬਰੀ ਕੀਤਾ। ਤੇ ਸਵਾਲ ਵੱਡਾ ਇਹੀ ਪੁੱਛਾਂਗੇ ਅਸੀਂ ਡਿਬੇਟ ਦੇ ਵਿੱਚ ਕਿ ਮਲਕੇ ਬੇਅਦਬੀ ਮਾਮਲੇ 'ਚ ਅਦਾਲਤ ਦੇ ਫੈਸਲੇ ਤੇ ਸਿਆਸਤ ਕਿਉਂ ਤਪੀ। ਇਸੇ ਸਵਾਲ ਤੇ ਬਹਿਸ ਹੋਈ। ਜਿਹੜਾ ਪੈਨਲ ਸਾਡੇ ਨਾਲ ਤੁਹਾਡਾ ਤਾਰਫ ਕਰਾਉਣੇ, ਉਸ ਤੋਂ ਬਾਅਦ ਡਿਬੇਟ ਓਪਨ ਕਰ ਦੇਵਾਂਗੇ। ਬਾਬ ਸਿੰਘ ਗਰੇਵਾਲ ਆਮ ਆਦਮੀ ਪਾਰਟੀ ਸਪੋਕਸਪਰਸਨ ਹੈ, ਮੌਜੂਦਾ ਸਰਕਾਰ ਇਹਨਾਂ ਦੀ। ਗਰੇਵਾਲ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਅਰਸ਼ਪ੍ਰੀਤ ਸਿੰਘ ਖੜਿਆਲ ਕਾਂਗਰਸ ਦੇ ਸਪੋਕਸਪਰਸਨ ਹੈ, ਮਿਸਟਰ ਖੜਿਆਲ ਤੁਹਾਡਾ ਬਹੁਤ ਸਵਾਗਤ ਹੈ। ਡਾਕਟਰ ਜਸਵਿੰਦਰ ਕੌਰ ਸੌਲ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਪਰਸਨ ਹੈ, ਪਹਿਲੀ ਡਿਬੇਟ ਸਾਡੇ ਨਾਲ ਬੈਠ ਰਹੀ ਹੈ। ਮੈਡਮ ਸੌਲ ਤੁਹਾਡਾ ਬਹੁਤ ਸਵਾਗਤ ਹੈ। ਕਰਨਲ ਜੈਬੰਦ ਸਿੰਘ ਭਾਰਤੀ ਜਨਤਾ ਪਾਰਟੀ ਸਪੋਕਸਪਰਸਨ ਹੈ, ਕਰਨਲ ਜੈਬੰਦ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾ ਸਵਾਲ ਮਿਸਟਰ ਅਹਿਬਾਬ ਗਰੇਵਾਲ, ਤੁਸੀਂ ਕਹਿ ਰਹੇ ਹੋ ਕਿ ਸਾਡੀ ਸਰਕਾਰ ਨੇ ਇਹ ਸਜ਼ਾ ਕਰਵਾਈ, ਸਾਡੀ ਸਰਕਾਰ ਨੇ ਸੁਣਵਾਈਆਂ ਮੁਕੰਮਲ ਕਰਵਾਈਆਂ, ਸਬੂਤ ਮੁਹੱਈਆ ਕਰਵਾਏ, ਇਸ ਲਈ ਅਦਾਲਤ ਦਾ ਫੈਸਲਾ ਇੱਥੋਂ ਤੱਕ ਪਹੁੰਚਿਆ। ਇਹ ਕ੍ਰੈਡਿਟ ਲੈ ਰਹੇ ਹੋ ਜਾਂ ਸੱਚ ਦੱਸ ਰਹੇ ਹੋ? ਅਹਿਬਾਬ ਸਿੰਘ ਗਰੇਵਾਲ। KP ਜੀ, ਇਸ ਮਾਮਲੇ 'ਚ ਕ੍ਰੈਡਿਟ ਲੈਣ ਦਾ ਤਾਂ ਮਤਲਬ ਹੀ ਨਹੀਂ ਬਣਦਾ। ਜਿਹੜੀਆਂ ਦਫਾਵਾਂ ਦੇ ਵਿੱਚ ਕੇਸ ਦਰਜ ਕੀਤਾ ਗਿਆ ਸੀਗਾ, ਮੈਂ ਸੁਣ ਰਿਹਾ ਸੀ ਸਿਰਸਾ ਸਾਹਿਬ ਬੜੇ ਭਾਵੁਕ ਹੋ ਰਹੇ ਸੀਗੇ। ਉਹਨਾਂ ਨੇ ਹੁਣ ਕਹਿਣਾ ਸੌਖਾ ਕਿਉਂਕਿ ਪਹਿਲੇ ਅਕਾਲੀ ਦਲ ਸੀ, ਹੁਣ BJP ਚਲੇ ਗਏ ਨੇ, ਭਾਈਵਾਲੀ ਸੀ ਜਦੋਂ ਬੇਅਦਬੀਆਂ ਹੋਈਆਂ ਨੇ। ਜਿਹੜਾ ਪਾਸ ਕੀਤਾ ਗਿਆ ਸੀ 295AA ਉਹ ਕਦੇ ਮਨਜ਼ੂਰ ਹੀ ਨਹੀਂ ਹੋਇਆ ਸੈਂਟਰ ਵੱਲੋਂ, ਕਿਉਂਕਿ ਉੱਥੇ ਕਿਹਾ ਗਿਆ ਸੀਗਾ ਕਿ ਉਹਨੂੰ ਤੁਸੀਂ ਸਾਰੇ ਧਰਮਾਂ ਲਈ ਕਰੋ, ਇੱਕ ਧਰਮ ਲਈ ਨਹੀਂ ਹੋ ਸਕਦਾ। ਹੁਣ ਗੱਲ ਰਹੀ ਇਸ ਪਾਰਟਿਕੂਲਰ ਕੇਸ ਦੀ। ਇਸ ਕੇਸ ਦੇ ਵਿੱਚ ਇੱਕ ਫਾਈਨੈਲਿਟੀ ਦਿੱਤੀ ਗਈ, ਸਾਰੇ ਦੇ ਸਾਰੇ ਕੇਸ ਨੂੰ ਮੁਕੰਮਲ ਕਰਨ ਨਾਲ ਤੋਰਿਆ ਗਿਆ। ਮੈਂ ਕਿਤੇ ਸੁਣਿਆ ਸੀ ਇਹਦੇ ਵਿੱਚ ਆਬਵੀਅਸਲੀ AG ਦਾ ਕੋਈ ਡਾਇਰੈਕਟ ਰੋਲ ਨਹੀਂ ਹੁੰਦਾ, ਪਰ ਲਾਅ ਡਿਪਾਰਟਮੈਂਟ ਦਾ ਰੋਲ ਹੁੰਦਾ ਤੇ AG ਆਫਿਸ ਨੇ ਬੜੀ ਏਬਲ ਗਾਈਡੈਂਸ ਦਿੱਤੀ ਹੈ। ਜਿਹੜੇ ਮੌਜੂਦਾ ਜਿਹੜੇ ਸਬੂਤ ਕੇਸ ਤੇ ਪਾਏ ਗਏ ਸੀ, ਅਸੀਂ ਕੋਸ਼ਿਸ਼ ਕਰਕੇ ਅਸੀਂ ਕਿਹਾ ਵੀ ਇਹਨੂੰ ਲੈਟ ਇਟ ਬ੍ਰਿੰਗ ਇਟ ਟੂ ਅ ਲੌਜੀਕਲ ਕਨਕਲੂਜਨ, ਪਰ ਇਹਦਾ ਇਹ ਮਤਲਬ ਨਹੀਂ ਹੈ ਕਿ ਬਾਕੀ ਦੇ ਬੇਅਦਬੀ ਕੇਸਿਸ ਦੇ ਵਿੱਚ ਇਸ ਤਰ੍ਹਾਂ ਦਾ ਹੀ ਹੋਏਗਾ, ਕਿਉਂਕਿ ਅਸੀਂ ਜਿਹੜੀਆਂ ਸਿਟਸ ਕੰਮ ਕਰ ਰਹੀਆਂ ਨੇ, ਹੋਰ ਸਬੂਤ ਜਟਾਏ ਜਾ ਰਹੇ ਨੇ, ਸਾਜ਼ਿਸ਼ਾਂ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਅਸਲੀ ਮਾਸਟਰਮਾਈਂਡਸ ਨੂੰ ਜਦ ਤੱਕ ਸਜ਼ਾ ਨਹੀਂ ਹੁੰਦੀ ਤਦ ਤੱਕ ਅਸੀਂ ਨਹੀਂ ਮੰਨਦੇ ਕਿ ਇਹ ਕੰਪਲੀਟ, ਇਹ ਮੁਕੰਮਲ ਮੰਨਿਆ ਜਾਏਗਾ। ਹਾਂ, ਇਹ ਜਿਹਨੂੰ ਆਪਾਂ ਕਹੀਏ ਫੁੱਟ ਸੋਲਜਰ ਸੀਗੇ, ਇਹਨਾਂ ਦਾ ਇਨਸਾਫ ਕਾਨੂੰਨ ਦੀ ਕਚਹਿਰੀ ਜਿੰਨਾ ਕੁ ਹੋ ਸਕਦਾ ਸੀ ਹੋ ਗਿਆ, ਬਾਕੀ ਇਨਸਾਫ ਤਾਂ ਗੁਰੂ ਨੇ ਕਰਨਾ। ਉਨੀ ਤਾਂ ਆਪਣੇ ਅਹਿਬਾਬ ਸਿੰਘ ਗਰੇਵਾਲ, ਤੁਹਾਡੀ ਪਾਰਟੀ ਦੇ ਜਿੰਨੇ ਬਿਆਨ ਮੇਰੇ ਸਾਹਮਣੇ ਆਏ ਆ, ਇਉਂ ਲੱਗਦਾ ਕਿ 3 ਮਹੀਨੇ ਤੋਂ ਜੋ ਤੁਹਾਡੀ ਸਰਕਾਰ ਬਣੀ ਹੈ, 3 ਸਾਢੇ 3 ਮਹੀਨੇ ਤੋਂ, ਉਦੋਂ ਕਾਰਵਾਈ ਤੇਜ਼ ਹੋਈ, ਉਸ ਤੋਂ ਪਹਿਲਾਂ ਸਲੋ ਚੱਲਦੀ ਪਈ ਸੀ।
ਉਸ ਤੋਂ ਪਹਿਲਾਂ ਕੀ ਹੋ ਰਿਹਾ ਸੀ ਕੇਪੀ ਜੀ, ਆਪਾਂ ਸਭ ਜਾਣਦੇ ਹਾਂ। ਉਸ ਤੋਂ ਪਹਿਲਾਂ ਕੀ ਹੋ ਰਿਹਾ ਸੀ, ਮਡ ਸਲਿੰਗਿੰਗ ਹੋ ਰਹੀ ਸੀ। ਉਸ ਤੋਂ ਪਹਿਲਾਂ ਪਾਸਿੰਗ ਦਾ ਬਕ ਹੋ ਰਿਹਾ ਸੀਗਾ। ਉਸ ਤੋਂ ਪਹਿਲਾਂ ਇਹ ਹੋ ਰਿਹਾ ਸੀਗਾ ਕਿ ਮੈਂ ਚਲੋ ਲੈਟਸ ਯੂਜ਼ ਇਟ ਐਜ਼ ਅ ਪੋਲੀਟੀਕਲ ਟੂਲ। ਅਸੀਂ ਜਦੋਂ ਡਿਸਾਈਡ ਕਰ ਲਿਆ ਕਿ ਨੋ ਮੋਰ ਪੋਲਿਟਿਕਸ ਓਵਰ ਦਿਸ ਇਸ਼ੂ, ਇਸ ਇਸ਼ੂ ਨੂੰ ਇਹਦੀ ਕਨਕਲੂਜਨ ਤੱਕ ਲਿਆਉਣਾ ਹੀ ਪਏਗਾ, ਨਹੀਂ ਤਾਂ ਕੋਈ ਗਤੀ ਨਹੀਂ ਹੈ। ਇਸ ਕਰਕੇ ਅਸੀਂ ਉਹ ਕਾਰਵਾਈ ਪਾਈ। ਤੇ ਮੈਂ ਸਮਝਦਾ, ਹਾਲਾਂਕਿ ਮੇਰੇ ਵਿਅਕਤੀਗਤ ਓਪੀਨੀਅਨ 'ਚ ਦਿਸ ਇਜ਼ ਵੈਰੀ ਇਨਐਡਿਕੁਏਟ, ਪਰ ਸਮੇਂ ਦੀ ਸਰਕਾਰ, ਜਿਹੜੀ ਸਰਕਾਰ ਨੇ ਕੇਸ ਪਾਇਆ ਸੀ, ਜੋ ਦਫਾਵਾਂ ਲਾਈਆਂ ਸੀਗੀਆਂ, ਅਨਫੋਰਚੂਨੇਟਲੀ ਜਿਹੜੀ ਸਟੇਜ ਤੇ ਸਾਡੇ ਕੋਲ ਕੇਸ ਆਇਆ ਉਹਦੇ 'ਚ ਕੋਈ ਐਡੀਸ਼ਨ ਨਹੀਂ ਹੋ ਸਕਦੀ ਸੀ ਬਾਈ ਲਾਅ। ਸੋ ਅਸੀਂ ਦ ਬੈਸਟ ਰਿਸੋਰਸਸ ਦੈਟ ਵਰ ਪੋਸੀਬਲ ਟੂ ਅਸ, ਅਸੀਂ ਉਹ ਕੀਤੇ ਤੇ ਉਹ ਕਰਕੇ ਲੌਜੀਕਲ ਕੰਕਲੂਜਨ ਤੇ ਲੈ ਕੇ ਆਏ। ਚਲੋ ਠੀਕ ਹੈ, ਮੈਂ ਸਿਆਸਤ ਸਮਝ ਲੂੰਗਾ ਮਿਸਟਰ ਖੜਿਆਲ, ਮੈਨੂੰ ਕਾਨੂੰਨੀ ਵੀ ਸਮਝਾ ਦਿਓ ਨਾ ਮਿਸਟਰ ਖੜਿਆਲ, ਕਾਨੂੰਨੀ ਵੀ ਸਮਝਾ ਦਿਓ ਨਾ। ਇਹ 3.5 ਮਹੀਨੇ 'ਚ ਇਹੋ ਜਿਹਾ ਕੀ ਹੋ ਗਿਆ? ਤੁਸੀਂ ਕੁਝ ਨਹੀਂ ਕੀਤਾ ਇਸ ਤੋਂ ਪਹਿਲਾਂ? ਐਗਜ਼ੈਕਟਲੀ। ਹੁਣ ਪਹਿਲੀ ਗੱਲ ਤਾਂ ਅਹਿਬਾਬ ਜੀ ਦੀ ਗੱਲ ਨੂੰ ਮੈਂ ਕਾਊਂਟਰ ਕਰਦਾ। ਇਹ ਕਹਿੰਦੇ ਵੀ ਸਾਡੇ ਕੋਲ 4 ਮਹੀਨੇ ਸੀਗੇ ਤੇ ਉਦੋਂ ਚਾਰਜ ਅਮੈਂਡ ਨਹੀਂ ਹੋ ਸਕਦਾ ਸੀਗਾ। ਗਲਤ। ਤੁਸੀਂ ਬਿਫੋਰ ਦੀ ਜਜਮੈਂਟ ਇਜ਼ ਪ੍ਰੋਨਾਉਂਸਡ, ਫੈਸਲਾ ਸੁਣਾਉਣ ਤੋਂ ਪਹਿਲਾਂ ਕਿਸੇ ਵੀ ਸਟੇਜ ਤੇ, ਜਸਟ ਬਿਫੋਰ ਦੀ ਆਰਗੂਮੈਂਟਸ ਐਂਡ ਇਵਨ ਆਫਟਰ ਦੀ ਆਰਗੂਮੈਂਟਸ, ਬਿਫੋਰ ਪ੍ਰੋਨਾਉਂਸਮੈਂਟ ਚਾਰजेस ਅਮੈਂਡ ਕਰਵਾ ਸਕਦੇ ਹੋ, ਲੇਕਿਨ ਤੁਸੀਂ ਇਹ ਦਲੀਲ ਹੀ ਨਹੀਂ ਦਿੱਤੀ। ਆਮ ਆਦਮੀ ਪਾਰਟੀ ਕਹਿੰਦੀ ਹੁੰਦੀ ਸੀ ਸਰਕਾਰ ਸਭ ਕੁਝ ਕਰ ਸਕਦੀ ਹੈ, ਨੀਅਤ ਦੀ ਕਮੀ ਹੁੰਦੀ ਹੈ, ਐਤਕੀ ਵੀ ਨੀਅਤ ਦੀ ਕਮੀ ਸੀ। ਗੱਲ ਨੰਬਰ 2, ਇਹ ਕਹਿ ਰਹੇ ਹੈ ਵੀ ਸਾਨੂੰ ਕ੍ਰੈਡਿਟ ਦਿਓ। ਚੀਮਾ ਸਾਹਿਬ ਨੇ ਨਾਲ ਦੀ ਨਾਲ ਪ੍ਰੈਸ ਕਾਨਫਰੰਸ ਕੀਤੀ ਤੇ ਦੇਖੋ ਕ੍ਰੈਡਿਟ ਵਾਰ ਜਿਹੜੀ ਸ਼ੁਰੂ ਹੋ ਗਈ। ਮੈਂ ਕਹਿੰਦਾ ਸਾਨੂੰ ਨਹੀਂ ਕ੍ਰੈਡਿਟ ਚਾਹੀਦਾ, ਪੰਜਾਬ ਦੇ ਲੋਕਾਂ ਨੂੰ ਦਿਓ ਤੇ ਜੁਡੀਸ਼ਰੀ ਨੂੰ ਦਿਓ। ਤੇ ਲੇਕਿਨ ਜੇ ਆਮ ਆਦਮੀ ਪਾਰਟੀ ਕ੍ਰੈਡਿਟ ਮੰਗਦੀ ਹੈ ਤਾਂ ਪਹਿਲੀ ਗੱਲ ਤਾਂ ਇਹ ਦੱਸੇ ਵੀ 2 ਜਾਣੇ ਬਾਇਜ਼ਤ ਬਰੀ ਕਿਉਂ ਹੋ ਗਏ, ਥੋੜੀ ਗਲਤੀ ਕਰਕੇ ਹੋਏ। ਤੇ ਜਿਹੜੇ ਤਿੰਨਾਂ ਨੂੰ ਸਜ਼ਾ ਹੋਈ ਹੈ ਉਹ ਤਿੰਨਾਂ ਨੂੰ ਕੇਪੀਜੀ ਐਪਲੀਕੇਸ਼ਨ ਨਾਲ ਦੀ ਨਾਲ ਲੱਗ ਜਾਂਦੀ ਹੈ। ਜਿਵੇਂ ਸਜ਼ਾ ਸੁਣਾਈ ਗਈ, ਐਪਲੀਕੇਸ਼ਨ ਲੱਗ ਕੇ ਸੈਂਟੈਂਸ ਸਸਪੈਂਡ ਹੋ ਜਾਂਦਾ ਹੈ, ਮਹੀਨੇ ਲਈ ਜ਼ਮਾਨਤ ਮਿਲ ਜਾਂਦੀ ਹੈ। ਐਪਲੀਕੇਸ਼ਨ ਲੱਗ ਚੁੱਕੀ ਹੈ ਮਿਸਟਰ ਖੜਿਆਲ, ਐਪਲੀਕੇਸ਼ਨ ਲੱਗ ਚੁੱਕੀ ਹੈ। ਹਾਂ ਐਗਜ਼ੈਕਟਲੀ, ਉਹੀ ਤਾਂ ਕਹਿ ਰਿਹਾ ਮੈਂ, ਤਾਂ ਲੀਗਲ ਤੁਹਾਨੂੰ ਦੱਸ ਰਿਹਾ ਹਾਂ। ਉਹ ਤੋਂ ਬਾਅਦ ਉਹ ਹਾਈ ਕੋਰਟ ਜਾ ਸਕਦੇ ਆ ਮਹੀਨੇ ਦੇ ਵਿੱਚ, ਨਾਲ ਦੀ ਨਾਲ, ਬਿਕੋਜ਼ ਸਿਰਫ 3 ਸਾਲ ਦੀ ਸਜ਼ਾ ਹੈ, ਨਾਲ ਦੀ ਨਾਲ ਉੱਥੇ ਵੀ ਜ਼ਮਾਨਤ ਮਿਲ ਜੂ, ਸੈਂਟੈਂਸ ਸਸਪੈਂਡ ਹੋ ਜਾਊਗਾ ਤੇ ਉੱਥੇ ਕੇਸ ਚੱਲੂਗਾ। ਹੁਣ ਨੰਬਰ 1, ਆਮ ਆਦਮੀ ਪਾਰਟੀ ਆਪਦੀ ਗਲਤੀ ਮੰਨੇ ਵੀ ਇਹਨਾਂ ਨੇ ਚਾਰਜ ਅਮੈਂਡ ਨਹੀਂ ਕਰਵਾਇਆ, ਬਿਕੋਜ਼ 2000 ਦੇ ਵਿੱਚ ਸਨ ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀਗਾ ਗੁਰੂ ਗ੍ਰੰਥ ਸਾਹਿਬ ਇੱਕ ਲਿਵਿੰਗ ਗੁਰੂ ਹੈ। ਦੇਅਰਫੋਰ ਇਹ ਜੇ ਕਹਿ ਰਹੇ ਵੀ ਸਾਡੇ ਕਰਕੇ ਹੋਇਆ, 3 ਸਾਲ ਦੀ ਸਜ਼ਾ ਮਿਲੀ ਤੇ ਉਹ 3 ਸਾਲ ਦੀ ਸਫੀਸ਼ੀਐਂਟ ਨਹੀਂ ਹੈ, ਤੁਹਾਨੂੰ 307 ਜਾਂ 302 ਕਰਾਉਣੀ ਚਾਹੀਦੀ ਸੀਗੀ ਤੇ ਤੁਸੀਂ ਨਾਕਾਮਯਾਬ ਹੋਏ ਹੋ, ਤਾਂ ਕਰਕੇ ਉਹ ਬਾਹਰ ਆ ਗਏ ਤੇ ਕੁਛ ਤਾਂ ਬਾਇਜ਼ਤ ਬਰੀ ਹੋ ਗਏ। ਹੁਣ ਦੂਜੀ ਗੱਲ, ਕ੍ਰੋਨੋਲੋਜੀ ਸਮਝਣੀ ਬੜੀ ਜ਼ਰੂਰੀ ਹੈ। 2015 ਦੇ ਵਿੱਚ ਇਨਸੀਡੈਂਟ ਹੋਇਆ ਨੰਬਰ 1, ਜੋ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਦੇ ਵਿੱਚ ਹੋਇਆ। ਨੰਬਰ 2, ਕੋਈ ਅਰੈਸਟ ਨਹੀਂ ਹੋਈਆਂ ਤੇ ਜਿਵੇਂ ਕਾਂਗਰਸ ਪਾਰਟੀ ਆਈ ਅਰੈਸਟ ਹੋਣੀ ਵੀ ਸ਼ੁਰੂ ਹੋ ਗਈ, ਇਨਵੈਸਟੀਗੇਸ਼ਨ ਮੁਕੰਮਲ ਹੋ ਗਈ, ਚਲਾਨ ਪ੍ਰੈਜ਼ੈਂਟ ਹੋਇਆ 27 ਦਸੰਬਰ 2018 ਨੂੰ ਤੇ ਜਿਹੜੇ ਚਾਰਜ ਫਰੇਮ ਹੋਏ ਉਹ ਜੁਲਾਈ 30 2019 ਨੂੰ। ਤੇ ਜਿਹੜੀ ਬਹਿਸ ਹੋਈ ਹੈ ਨਾ, ਉਹ ਬਹਿਸ ਹੈਪਨਸ ਔਨ ਦ ਬੇਸਿਸ ਆਫ ਐਵੀਡੈਂਸ, ਬੇਸਿਸ ਆਫ ਚਾਰजेस। ਉਹ ਸਾਡੀ ਕੋਸ਼ਿਸ਼ਾਂ ਸੀਗੀਆਂ ਜਿਹਦੇ ਕਰਕੇ ਹੋ ਸਕਿਆ, ਲੇਕਿਨ ਫਿਰ ਵੀ ਕ੍ਰੈਡਿਟ ਨਹੀਂ ਚਾਹੀਦਾ। ਲੇਕਿਨ ਸਾਨੂੰ ਸ਼੍ਰੋਮਣੀ ਅਕਾਲੀ ਦਲ ਇੱਕ ਗੱਲ ਦੱਸੇ, ਤੁਸੀਂ ਬਕ ਜਿਹੜਾ ਹੈ ਯੂ ਕੈਪਟ ਔਨ ਪਾਸਿੰਗ ਇਟ ਔਨ ਐਂਡ ਔਨ ਐਂਡ ਔਨ, ਕਦੇ ਸੀਬੀਆਈ ਕੋਲੇ ਇਨਵੈਸਟੀਗੇਸ਼ਨ ਚਲੀ ਗਈ, ਫਿਰ ਵਾਪਸ ਆ ਗਈ। ਤੁਸੀਂ ਜੇ ਉਹਦੀ ਟਾਈਮ ਨਾਲ ਕਰ ਦਿੰਦੇ ਇਨਵੈਸਟੀਗੇਸ਼ਨ ਪੂਰੀ, ਆਮ ਆਦਮੀ ਪਾਰਟੀ ਲਈ ਪੋਸੀਬਲ ਵੀ ਹੋ ਸਕਦਾ ਸੀ ਕ੍ਰੈਡਿਟ ਕਰਨਾ। ਇਹ ਤਾਂ ਕਹਿ ਰਹੇ ਸੀ 24 ਘੰਟੇ ਦੇ ਵਿੱਚ ਅਸੀਂ ਇਨਸਾਫ ਕਰਾਂਗੇ ਬੇਅਦਬੀ ਮਾਮਲੇ ਦੇ ਵਿੱਚ। ਅੱਜ ਉਹ 24 ਘੰਟੇ ਬੀਤੇ, 4 ਮਹੀਨੇ ਹੋ ਗਏ ਗਰੇਵਾਲ। ਠੀਕ ਹੈ ਮਿਸਟਰ ਖੜਿਆਲ, ਮੈਂ ਮਿਸਟਰ ਖੜਿਆਲ ਆ ਜਾਊਂਗਾ। ਤੁਹਾਡਾ ਆਰਗੂਮੈਂਟ ਬੜਾ ਲੰਬਾ ਹੋ ਗਿਆ ਮਿਸਟਰ ਖੜਿਆਲ। ਜਿਹੜੀ ਗੱਲ ਇਹਨਾਂ ਨੇ ਕਹੀ ਹੈ ਮਿਸਟਰ ਖੜਿਆਲ ਨੇ, ਅਹਿਬਾਬ ਗਰੇਵਾਲ, ਤੁਸੀਂ ਉਹਦਾ ਜਵਾਬ ਦੇ ਸਕਦੇ ਹੋ? ਜਿਹੜੇ ਭਗੌੜੇ ਹੈ 302 ਧਾਰਾ 302 ਕਿਉਂ ਨਹੀਂ ਲਵਾਈ, 4 ਤੁਸੀਂ ਅਮੈਂਡ ਕਿਉਂ ਨਹੀਂ ਕੀਤੇ? ਤੁਸੀਂ ਤਾਂ ਕ੍ਰੈਡਿਟ ਲੈਣ ਦੇ ਵਿੱਚ ਲੱਗ ਗਏ ਹੋ, ਜਿਹੜੀਆਂ ਗਲਤੀਆਂ ਕੀਤੀਆਂ ਉਸ ਦੇ ਬਾਰੇ ਤੁਸੀਂ ਜਵਾਬ ਨਹੀਂ ਦਿੰਦੇ ਪਏ ਗਰੇਵਾਲ ਸਾਹਿਬ। ਮੈਂ ਜਿਹੜੀ ਗੱਲ ਦੱਸਣੀ ਚਾਹੁੰਦਾ, ਮੇਰੀ ਗੱਲ ਸ਼ਾਇਦ ਪੂਰੀ ਨਹੀਂ ਸੁਣੀ ਸੀ ਇਹਨਾਂ ਨੇ। ਮੈਂ ਇਹਨਾਂ ਨੂੰ ਕਿਹਾ ਸੀਗਾ ਕਿ ਜੋ ਉਸ ਸਮੇਂ ਦੀ ਸਰਕਾਰ ਨੇ ਕੋਰਟ ਨੂੰ ਕੇਸ ਪ੍ਰੈਜ਼ੈਂਟ ਕੀਤਾ ਸੀਗਾ, ਜੋ ਇਨਵੈਸਟੀਗੇਸ਼ਨ ਹੋਈ ਸੀ ਤੇ ਜਿਹੜੇ ਸਬੂਤ ਪੇਸ਼ ਕੀਤੇ ਗਏ ਸੀ, ਉਹਨਾਂ ਦੇ ਆਧਾਰ ਤੇ ਬਹਿਸ ਹੋਈ ਹੈ। ਇਹ ਕੇਸਿਸ ਦੇ ਵਿੱਚ ਕੇਪੀਜੀ, ਮੈਂ ਇੱਕ ਗੱਲ ਬੜੀ ਕਲੀਅਰ ਕਰਦਾ, ਕਿਉਂਕਿ ਇਹਦੇ ਵਿੱਚ ਸਿਆਸੀ ਪਿੰਗ ਪੋਂਗ ਖੇਡੀ ਗਈ ਹੈ। ਜਿਸ ਤਰੀਕੇ ਦੇ ਨਾਲ ਸਬੂਤ ਮਟਾਏ ਗਏ ਨੇ, ਜਿਸ ਤਰੀਕੇ ਦੇ ਨਾਲ ਅਸਲੀ ਮੁਜਰਮਾਂ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਤੁਸੀਂ ਯਕੀਨ ਮੰਨੋ ਕੇਪੀਜੀ, ਯਕੀਨ ਮੰਨੋ, ਤਾਂ ਹੀ ਅਸੀਂ ਕਹਿ ਰਹੇ ਹਾਂ ਜਿਹੜੇ 24 ਘੰਟੇ ਦੀ ਇਹ ਗੱਲ ਕਰਦੇ ਆ, 24 ਘੰਟੇ ਦੇ ਵਿੱਚ ਪੋਲਿਟਿਕਸ ਖਤਮ ਕਰਕੇ, ਫਿਕਸਡ ਮੈਚ ਖਤਮ ਕਰਕੇ। ਗਰੇਵਾਲ ਸਾਹਿਬ ਜਿਹੜਾ ਸਵਾਲ ਹੈ ਗਰੇਵਾਲ ਸਾਹਿਬ, ਫਿਕਸਡ ਮੈਚ ਤੇ ਤੁਸੀਂ ਬੋਲ ਲਓ ਸਰ, ਮੈਨੂੰ ਕੋਈ ਦਿੱਕਤ ਨਹੀਂ ਆ, ਤੁਸੀਂ ਲਗਾਤਾਰ ਬੋਲਦੇ ਪਿਓ। ਮੇਰਾ ਸਵਾਲ ਇਹ ਹੈ, ਜਿਹੜਾ ਕਿਹਾ ਜਾ ਰਿਹਾ ਗੁਰਸੇਵਕ ਸਿੰਘ ਵੱਲੋਂ, ਉਹਨੇ ਵੀ ਮੰਗ ਕੀਤੀ ਹੈ 302 ਤੁਸੀਂ ਧਾਰਾ ਕਿਉਂ ਨਹੀਂ ਲਾ ਪਾ ਰਹੇ? ਸਵਾਲ ਤਾਂ ਸਿੰਪਲ ਹੈ
ਕੇਪੀ ਜੀ ਉਹੀ ਮੈਂ ਤੁਹਾਨੂੰ ਕਹਿ ਰਿਹਾ ਕਿ ਜਿਹੜੀ ਇਨਵੈਸਟੀਗੇਸ਼ਨ ਉਸ ਸਮੇਂ ਹੋਈ ਸੀ ਜਦੋਂ ਅਸੀਂ ਸਰਕਾਰ ਵਿੱਚ ਨਹੀਂ ਸੀ, ਤੇ ਜਿਹੜੀ ਇਨਵੈਸਟੀਗੇਸ਼ਨ ਦਾ ਖਰਾਬੀ ਉਸ ਵੇਲੇ ਕੀਤੀ ਗਈ ਸੀ ਜਦੋਂ ਇਹ ਬੇਅਦਬੀਆਂ ਹੋਈਆਂ ਨੇ, ਜਿਹੜੇ ਸਬੂਤ ਉਸ ਵੇਲੇ ਮਿਟਾਏ ਗਏ ਸੀਗੇ, ਦ ਐਵੀਡੈਂਸ ਐਟ ਹੈਂਡ ਜਿਹੜਾ ਛੱਡਿਆ ਗਿਆ ਸੀਗਾ ਜਦੋਂ ਸਾਡੀ ਸਰਕਾਰ ਆਈ ਹੈ, ਵੀ ਹੈਡ ਟੂ ਗੋ ਵਿਦ ਵਾਟ ਵੀ ਹੈਡ। ਜਿਹੜੇ ਨਵੇਂ ਕੇਸਿਸ ਚੱਲ ਰਹੇ ਨੇ ਉਹਦੇ ਚ ਇਨਵੈਸਟੀਗੇਸ਼ਨ ਬਕਾਇਦਾ ਚੱਲ ਰਹੀ ਹੈ। ਗਰੇਵਾਲ ਸਾਹਿਬ ਪਤਾ ਨਹੀਂ ਕਿਉਂ ਤੁਸੀਂ ਗੋਲ-ਗੋਲ ਘੁੰਮਦੇ ਪਏ ਹੋ, ਗਰੇਵਾਲ ਸਾਹਿਬ ਪਤਾ ਨਹੀਂ ਕਿਉਂ ਗੋਲ-ਗੋਲ ਘੁੰਮਦੇ ਪਏ ਹੋ ਗਰੇਵਾਲ ਸਾਹਿਬ। ਇੱਕ ਪੁਆਇੰਟ ਕੇਪੀ ਜੀ ਜਿਹੜਾ ਮੈਂ ਇਹ ਸਾਜ਼ਿਸ਼ ਦੇ ਪਿੱਛੇ ਜਿਹੜੇ ਮਾਸਟਰਮਾਈਂਡ ਨੇ, ਇਹ ਅਸੀਂ ਵਚਨਬੱਧ ਹਾਂ ਤੇ ਭਾਵੇਂ ਜਿਹੜਾ ਮਰਜ਼ੀ ਜਿੰਨਾ ਮਰਜ਼ੀ ਉੱਤੇ ਹੋਵੇ ਉਹਨਾਂ ਨੂੰ ਹੱਥ ਜ਼ਰੂਰ ਪਾ ਕੇ ਦਿਖਾਵਾਂਗੇ, ਉਹਨਾਂ ਨੂੰ ਸਜ਼ਾ ਵੀ ਦਵਾ ਕੇ ਦਿਖਾਵਾਂਗੇ, ਸਾਹਮਣੇ ਆਊਗਾ। ਚਲੋ ਇੱਕ ਛੋਟਾ ਬ੍ਰੇਕ ਲੈ ਰਹੇ ਹਾਂ, ਬ੍ਰੇਕ ਤੋਂ ਵਾਪਸ ਆਉਂਗਾ। ਮਾਲਕੇ ਬੇਅਦਬੀ ਸਜ਼ਾ ਤੇ ਸਿਆਸਤ ਕਿਉਂ, ਸਵਾਲ ਬੜੇ ਮਹੱਤਵਪੂਰਨ ਹੈ ਤੇ ਇਹ ਸਵਾਲ ਟੈਕਨੀਕਲੀ ਵੀ ਹੋਣਗੇ। ਪੋਲੀਟੀਕਲ ਤਾਂ ਸਵਾਲ ਹੈਗੇ ਟੈਕਨੀਕਲ ਸਵਾਲ ਹੈ ਉਹ ਵੀ ਤੁਹਾਡੇ ਅੱਗੇ ਰੱਖਾਂਗੇ, ਕਿਉਂਕਿ ਟੈਕਨੀਕਲਟੀਜ਼ ਜਿਹੜੀਆਂ ਤੁਹਾਡੇ ਤੋਂ ਪਾਸੇ ਕਰ ਦਿੱਤੀਆਂ ਜਾਂਦੀਆਂ ਨੇ। ਜਦੋਂ ਮੋਗਾ ਮਾਲਕੇ ਦੀ ਗੱਲ ਹੁੰਦੀ ਹੈ ਇਸ ਨੂੰ ਸਿੱਧਾ ਬਰਗਾੜੀ ਨਾਲ ਜੋੜਿਆ ਜਾ ਰਿਹਾ ਕਿ ਬਰਗਾੜੀ ਦਾ ਵੀ ਇਨਸਾਫ ਐਵੇਂ ਹੋਊਗਾ, ਕਿਤੇ ਸਿਰਫ ਪਰਸੈਪਸ਼ਨ ਬਿਲਡਿੰਗ ਤਾਂ ਨਹੀਂ। ਵਾਪਸ ਆ ਰਿਹਾ। एक बार फिर थोड़ा स्वागत करते हैं। बड़ा सवाल असी ये पूछ रहे हैं कि मल के बेअदबी मामले अदालत के फैसले ते सियासत क्यों तपी है। डॉक्टर जसविंदर कौर सोल, अकाली दल इस मुद्दे ते की कहना चाहूगा, पहली स्टेटमेंट तुहाडी, उस तो बाद मैं अगला सवाल करूंगा जी। सब तो पहला तो मैं अर्शप्रीत जी ने हुणे एक गल पूछी सी कि अकाली दल ने उस टाइम जस्टिस क्यों नहीं किया। जद ये कल 2015 दी है बरगाड़ी पिंड विच जदों सब तो पहला गुरु साहिब जी दे जिहड़े अंग सी उन्हां नूं खिलारिया गया, उस टाइम ये संगत का ही जो फैसला सी, क्योंकि उस टाइम जो जड़ियां पंथक विरोधी शक्तियां सी या जिहड़ी साडियां विरोधी धिरां सी, उन्होंने इन्ना क झूठ नूं परोसिया सी सच बना के कि संगत दे मन च भी और विरोधी शक्तियां ने भी यह मांग रखी सी कि अकाली दल असल दोषियों नूं सामने नहीं लिया सकता ते ए जिहड़ी है सीबीआई नूं जांच दित्ती जावे। जद सीबीआई नूं इंक्वायरी दित्ती गई आप डॉक्टर जसविंदर आप बैकग्राउंड ते चले जाने हैं 1 मिनट दे विच, आप प्रेजेंट दी गल क्यों नहीं कर पा रहे। मैं ले जाऊंगा ना बैकग्राउंड च, मैं ले जाना होंदा है। डॉक्टर जसविंदर कौर प्लीज। अकाली दल ने क्यों नहीं किया, अकाली दल को जदों तुसी मौका ही नहीं दिता, अकाली दल को सीबीआई को जांच चली गई, सीबीआई उस तो बाद अकाली दल दखल नहीं दे सकता सी। साडी जिहड़ी है सिट बिठाई गई सी, उन्हां दे राही अज जो सजा हुई है 3 जिहड़ी डेरा प्रेमी फड़े गए वो अकाली दल दी बिठाई हुई जांच सी, सुखबीर बादल जी ने सिट बनाई सी। अच्छा, तुसी कहने हो, तुसी ये चाह रहे हो कि ना ये कांग्रेस ने कुछ किया ना आम आदमी पार्टी ने कुछ किया, अकाली दल ने किया। बिल्कुल ਅਸੀਂ ਇਹੀ ਕਹਿ ਰਹੇ ਹਾਂ ਕਿਉਂਕਿ ਇਹਨਾਂ ਨੇ ਵਿਰੋਧੀ ਪਾਰਟੀਆਂ ਨੇ ਸਿਰਫ ਔਰ ਸਿਰਫ ਇੱਕ ਏਜੰਡਾ ਬਣਾਇਆ ਸੀ। ਜਿਹੜੀ ਬੜੀ ਸ਼ਰਮ ਦੀ ਗੱਲ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਿੱਚ ਲਿਆ ਕੇ ਸਿਆਸਤ ਖੇਡੀ ਗਈ। ਜਦ ਕਾਂਗਰਸ ਪਾਰਟੀ ਨੇ 2015 ਤੋਂ ਬਾਅਦ ਕਾਂਗਰਸ ਆਈ ਹੈ, 4.5 ਸਾਲ ਕੈਪਟਨ ਸਾਹਿਬ ਦੀ ਸਰਕਾਰ ਰਹੀ ਹੈ, ਇਹਨਾਂ ਦਾ ਏਜੰਡਾ ਵੀ ਇਹੀ ਸੀ ਕਿ ਅਸੀਂ ਜੀ 1 ਮਹੀਨੇ 'ਚ ਦੋਸ਼ੀ ਫੜ ਲਾਂਗੇ, 6 ਮਹੀਨਿਆਂ 'ਚ ਦੋਸ਼ੀ ਫੜ ਲਾਂਗੇ। ਡਾਕਟਰ ਜਸਵਿੰਦਰ ਫਿਰ ਤਾਂ ਇਦਾਂ ਹੋਊਗਾ ਨਾ ਜਿਸ ਤਰੀਕੇ ਨਾਲ ਤੁਸੀਂ ਦੱਸਦੇ ਪਏ ਹੋ, ਫਿਰ ਤਾਂ ਅਕਾਲੀ ਬੀਜੇਪੀ ਦੋਨੋਂ ਨੂੰ ਕ੍ਰੈਡਿਟ ਦੇ ਦਈਏ, ਇਹਨਾਂ ਨੂੰ ਡਿਸਕ੍ਰੈਡਿਟ ਕਰ ਦਈਏ। ਨਹੀਂ, ਸਾਨੂੰ ਕ੍ਰੈਡਿਟ ਨਹੀਂ ਚਾਹੀਦਾ। ਜੋ ਤੁਹਾਡੀ ਸਰਕਾਰ ਸੀ ਨਾ, ਸਾਂਝੀ ਸਰਕਾਰ ਸੀਗੀ, ਮੇਰਾ ਸਵਾਲ ਤਾਂ ਇਹ ਹੈ, ਤੁਹਾਨੂੰ ਦੋਨੋਂ ਕ੍ਰੈਡਿਟ ਦੇ ਦਿੰਦੇ ਆ, ਇਹਨਾਂ ਨੂੰ ਡਿਸਕ੍ਰੈਡਿਟ ਕਰ ਦਿੰਦੇ ਆ। केपी जी सानू क्रेडिट नहीं चाहिए, पर सानू दुख की गल है कि साडी पार्टी नू बहुत लंबे समय तो यह संताप भोगना पिया है। असीं मानसिक पीड़ा च रहे हैं और सरदार प्रकाश सिंह बादल मानसिक पीड़ा तो पूरा पंजाब रहा। डॉक्टर जसविंदर कौर तुसीं कल्ले नहीं रहे, पूरा पंजाब मानसिक पीड़ा च अज भी है। पंजाब ये सवाल करता पिया, पार्टी को टारगेट किया गया, सानू बड़े ताने मेणे चलने पे। असीं वाहिगुरू जी दा शुक्र करदे हां कि जो हुण है जिहड़ी 3 दोषियां नूं सजा होई, जां जिहड़ी आम आदमी पार्टी ने सानू क्लीन चिट दित्ती है, जिहड़ी बरगाड़ी दे विच गुरु महाराज जी दे स्वरूप दी बेदबी होई। आम आदमी पार्टी कौन हुंदी है क्लीन चिट देने वाली? डॉक्टर जसविंदर कौर कौन हुंदी है? आम आदमी पार्टी कौन हुंदी है? हाई कोर्ट दे हुक्मां ते एसआईटी बनी सी, उनदी रिपोर्ट जनतक कीती गई है, तुसीं आपदे आप नूं आपे क्लीन चिट देती। इन्हां दे राही हुणे जांच पड़ताल हुई है, उस दे विच हुण यह नहीं कहा जा सकता कि अकाली दल दी किसी दोषी नूं फड़न देणगे, असल दोषी नहीं सामने लियाउणगे। ठीक पार्टी नूं टारगेट कीता गया है। ठीक है, मैनूं इउं लगदा पिया तुसीं सारियां पार्टियां दी जान छड़ोणियां पईयां, सारियां पार्टियां, सारियां धिरां भी कोई सानूं इह ते सवाल ना करे। इस बेअदबी कांड ने 3 सरकारां बदलतियां, 4 मुख मंत्री बदलते, अज भी पंजाब सवाल करदा पिया। सिर्फ मोगा बेअदबी दे मामले विच तुसीं सारे लोग ये परसैप्शन बिल्ट करदे पे पंजाब दे अगे कि असीं आ कीता, असीं आ कीता, असीं आ कीता। ये होया क्यों? इस सवाल दा जवाब कौन देऊगा?
ਗੱਲ ਜੀ ਫਿਰ ਉਹੀ ਤਾਂ ਹੈ ਕਿ ਜਦੋਂ 2015 ਚ ਅਕਾਲੀ ਦਲ ਨੂੰ ਮੌਕਾ ਨਹੀਂ ਦਿੱਤਾ ਗਿਆ ਕਿ ਉਹ ਅਸਲ ਦੋਸ਼ੀ ਫੜੀ ਜਾਣ, ਸੀਬੀਆਈ ਨੂੰ ਜਾਂਚ ਚਲੀ ਗਈ, ਉਸ ਤੋਂ ਬਾਅਦ ਕੈਪਟਨ ਸਾਹਿਬ ਆ ਗਏ, ਸਿੱਧੂ ਸਾਹਿਬ ਆ ਗਏ, ਚੰਨੀ ਦੀ ਸਰਕਾਰ ਬਣ ਗਈ, ਹੁਣ ਸਾਡੀ ਆਮ ਆਦਮੀ ਪਾਰਟੀ, ਹੁਣ ਚਲੋ ਸੀਐਮ ਸਾਹਿਬ ਕਰ ਰਹੇ ਨੇ ਜੋ ਕਰ ਰਹੇ ਨੇ, ਉਹ ਸਾਹਮਣੇ ਆ ਹੀ ਰਿਹਾ ਹੈ। ਠੀਕ ਤੇ ਸੋਚੀ ਕਰਨਲ ਜੈਵੰਤ ਸਿੰਘ ਮੈਂ ਮੋਗਾ ਤੋਂ ਹਟ ਕੇ ਤੁਹਾਨੂੰ ਸਵਾਲ ਕਰ ਰਿਹਾ। ਕਰਨਲ ਜੈਵੰਤ ਸਿੰਘ, ਜਿਹੜੀ ਰਿਪੋਰਟ ਜਨਤਕ ਹੋਈ ਹੈ ਅਕਾਲੀ ਦਲ ਉਸ ਨੂੰ ਇਹ ਮੰਨ ਰਿਹਾ ਕਿ ਸਾਨੂੰ ਕਲੀਨ ਚਿੱਟ ਦਿੱਤੀ ਗਈ ਹੈ। ਕਰਨਲ ਜੈਵੰਤ ਸਿੰਘ, ਤੁਸੀਂ ਉਦੋਂ ਭਾਈਵਾਲ ਸੀਗੇ, ਤੁਸੀਂ ਇਹ ਮੰਨਦੇ ਹੋ ਕਲੀਨ ਚਿੱਟ ਇਹ? केपी जी मैं सुनिया सारे अपने को पैनलिस्ट ਨੂੰ ਸਭ ਤੋਂ ਪਹਿਲੇ ਤੇ ਜਿਹੜੀ ਕ੍ਰੈਡਿਟ ਦੀ ਗੱਲ ਹੈ, ਸਭ ਤੋਂ ਪਹਿਲੇ ਤੇ ਮੈਂ ਕਹਿਣਾ ਚਾਹੁੰਦਾ ਕਿ ਪੂਰੇ ਪੰਜਾਬ ਦੇ ਵਿੱਚ ਸਾਰੇ ਪੰਜਾਬੀ, ਸਾਰੇ ਨਾਨਕ ਲੇਵਾ ਸਿੱਖ ਜਿਹੜੇ ਨੇ ਉਹ ਕਾਫੀ ਖੁਸ਼ ਨੇ ਕਿ ਕੁਝ ਥੋੜੀ ਬਹੁਤੀ ਮੂਵਮੈਂਟ ਜਸਟਿਸ ਦੇ ਵੱਲ ਹੋਈ ਹੈ। ਇਹ ਜਿਹੜੇ ਸੀਰੀਜ਼ ਆਫ ਐਪੀਸੋਡਸ ਆਫ ਬੇਅਦਬੀ ਜਿਹੜੇ ਹੋਏ ਸੀਗੇ 2015 ਚ, ਪਰ ਦੇਖੋ ਸਾਡੇ ਸੂਬੇ ਦਾ ਅਫਸੋਸ ਹੈ ਕਿ 3 ਬੰਦੇ ਸਭ ਤੋਂ ਛੋਟੇ ਕੇਸ ਦੇ ਵਿੱਚ ਉਹਨਾਂ ਨੂੰ ਇਨਐਡਿਕੁਏਟ ਅਮਾਉਂਟ ਆਫ ਸਜ਼ਾ ਮਿਲੀ ਹੈ ਤੇ ਫਿਰ ਵੀ ਅਸੀਂ ਖੁਸ਼ ਚੱਲ ਰਹੇ ਹਾਂ। ਤੇ ਇਹ ਜਿਹੜੀਆਂ ਉਸ ਟਾਈਮ ਦੀਆਂ ਸਾਰੀਆਂ ਸਰਕਾਰਾਂ ਨੇ ਇਨਕਲੂਡਿੰਗ ਦਾ ਗਵਰਨਮੈਂਟ ਆਫ ਦਾ ਡੇ, ਉਹਨਾਂ ਦੀ ਨਾਕਾਮੀ ਜਿਹੜੀ ਹੈ ਉਹ ਬਿਲਕੁਲ ਸਾਹਮਣੇ ਆ ਜਾਂਦੀ ਹੈ। ਦੂਸਰੀ ਗੱਲ, ਹਜੇ ਤੱਕ ਕਿਸੇ ਵੀ ਸਾਡੇ ਪੈਨਲਿਸਟ ਨੇ ਜਿਹਨੂੰ ਕ੍ਰੈਡਿਟ ਦੇਣਾ ਚਾਹੀਦਾ ਸੀ ਉਹਨੂੰ ਦਿੱਤਾ ਨਹੀਂ, ਤੇ ਕ੍ਰੈਡਿਟ ਤਾਂ ਦੇ ਪਾਤਰ ਅਗਰ ਕੋਈ ਹੈ ਤੇ ਉਹ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ, ਉਹ RS ਖੱਟਰ ਹੈ, ਜੋ ਕਿ ਗੁਰਸਿੱਖ ਨੇ ਜਿਨ੍ਹਾਂ ਨੇ ਜੀ ਜਾਨ ਲਗਾ ਕੇ ਇੱਕ ਅੱਛੀ ਟੀਮ ਬਣਾ ਕੇ ਚਲਾਨ ਜਿਹੜਾ ਹੈ ਉਹ 2018 ਦੇ ਵਿੱਚ ਪੇਸ਼ ਕਰ ਦਿੱਤਾ ਸੀਗਾ ਤੇ ਉਹਦੇ ਬਾਅਦ ਕੋਰਟ ਨੇ 4 ਸਾਲ ਲਗਾ ਦਿੱਤੇ ਉਹਨੂੰ ਚਲਾਨ ਨੂੰ ਸੈੱਟ ਕਰਨ ਦੇ ਵਾਸਤੇ। ਮੈਂ ਤੇ ਸਿਰਫ ਇਹਦਾ ਕਹਾਂਗਾ, ਤੁਸੀਂ ਮੈਨੂੰ ਪੁੱਛਿਆ ਸੀ ਅਕਾਲੀ ਦਲ ਨੂੰ ਕਲੀਨ ਚਿੱਟ, ਕਿਸੇ ਨੂੰ ਕਲੀਨ ਚਿੱਟ ਨਹੀਂ ਮਿਲ ਸਕਦੀ ਇਸ ਚੀਜ਼ ਦੇ ਵਿੱਚ। ਜੋ ਸੱਚ ਹੈ ਉਹ ਸਾਹਮਣੇ ਆਉਣਾ ਚਾਹੀਦਾ ਹੈ। ਤੁਸੀਂ ਆਪੂ ਕਿਹਾ ਕਿ ਸਾਨੂੰ ਸਾਰੇ ਅਸੀਂ ਸੰਤਾਪ ਭੋਗ ਰਹੇ ਹਾਂ, ਏਡੀ ਵੱਡੀ ਗੱਲ ਹੋਈ ਤੇ ਇਹ ਤੇ ਉਹਦੇ ਵਿੱਚ ਸਭ ਤੋਂ ਛੋਟਾ ਕੇਸ ਹੈ। ਜਿਹੜੇ ਵੱਡੇ ਕੇਸ ਨੇ ਬਾਬਾ ਉਹ ਜਵਾਹਰ ਸਿੰਘ ਵਾਲਾ ਦਾ ਕੇਸ ਹੈ, ਪੋਸਟਰਸ ਦਾ ਕੇਸ ਹੈ, ਉਹਦੇ ਬਾਅਦ ਫਿਰ ਤੁਹਾਡਾ ਸਭ ਤੋਂ ਵੱਡਾ ਬਰਗਾਰੀ ਦਾ ਕੇਸ ਹੈ, ਉਹਦੇ ਵਿੱਚ ਤੇ ਇੱਕ ਆਇਓਟਾ ਵੀ ਅਸੀਂ ਅੱਗੇ ਨਹੀਂ ਵਧੇ ਹਾਂ। ਉਹਦੇ ਬਾਰੇ ਅਸੀਂ ਕੀ ਕਰ ਰਹੇ ਹਾਂ? ਕਰਨਲ ਜੈਵੰਤ ਸਿੰਘ, ਤੁਸੀਂ ਬੜੀ ਬੇਬਾਕੀ ਨਾਲ ਸਟੇਟਮੈਂਟ ਦਿੱਤੀ ਹੈ, ਪਰ ਇੱਕ ਸਟੇਟਮੈਂਟ ਤੁਹਾਡੀ ਇਉਂ ਲੱਗਦਾ ਕਿ ਅਕਾਲੀ ਦਲ ਨਾਲ ਬਿਲਕੁਲ ਮੈਚ ਕਰਦੀ ਪਈ ਹੈ। ਤੁਸੀਂ ਉਹਨਾਂ ਦੇ ਵੇਲੇ ਬਣੀ ਹੋਈ ਸਿੱਟ ਨੂੰ ਕ੍ਰੈਡਿਟ ਦੇ ਰਹੇ ਹੋ, ਤੁਸੀਂ ਇਹ ਗੱਲ ਕਹਿ ਰਹੇ ਹੋ ਕਰਨਲ ਜੈਵੰਤ ਸਿੰਘ। ਤੁਹਾਡੀਆਂ ਵਿਰੋਧੀ ਧਿਰਾਂ ਸਵਾਲ ਕਰਨਗੀਆਂ, ਤੁਹਾਡੀ ਵਿਰੋਧੀ ਧਿਰਾਂ ਸਵਾਲ ਕਰਨੀਆਂ ਕਰਨਲ ਜੈਵੰਤ ਸਿੰਘ ਕਿ ਤੁਸੀਂ ਅਕਾਲੀ BJP ਫਿਰ ਇਕੱਠੇ ਆ, ਪਰ ਕਲੀਨ ਚਿੱਟ ਵਾਲੇ ਸਵਾਲ ਤੇ ਜਿਹੜਾ ਤੁਹਾਡਾ ਜਵਾਬ ਹੈ ਉਹਦੇ ਤੇ ਐਂ ਲੱਗਦਾ ਫਿਰ ਵੱਖ-ਵੱਖ। ਦੇਖੋ ਮੈਂ ਤੇ ਕਿਸੇ ਦੇ ਵੱਲ ਨਹੀਂ ਆ। ਇਹ ਜਿਹੜਾ ਬੇਅਦਬੀ ਦਾ ਕੇਸ ਹੈ ਇਹਦੇ ਵਿੱਚ ਮੈਂ ਇੱਥੇ ਤੁਹਾਡੇ ਚੈਨਲ ਦੇ ਉੱਤੇ ਪੋਲਿਟਿਕਸ ਖੇਲਣ ਤੇ ਬਿਲਕੁਲ ਨਹੀਂ ਆਇਆ। ਮੈਂ ਆਪਣੇ ਦਿਲ ਦੀ ਗੱਲ ਕਰ ਰਿਹਾ। ਜਿਹਨੂੰ ਕਲੀਨ ਚਿੱਟ ਦੇਣੀ ਚਾਹੀਦੀ ਹੈ, ਚਿੱਟ ਵੀ ਨਹੀਂ ਮੈਂ ਉਹਨੂੰ ਦਿੱਤੀ। ਮੈਂ ਤੇ ਕਹਿ ਰਿਹਾ ਕਿ ਉਹਨਾਂ ਨੇ ਬਹੁਤ ਚੰਗਾ ਕੰਮ ਕੀਤਾ। ਚਲੋ ਕਰਨਲ ਜੈਵੰਤ ਸਿੰਘ ਫਿਰ ਇੱਕ ਸਟੇਟਮੈਂਟ ਹੋਰ ਦੇ ਦਿਓ ਨਾ। ਕਰਨਲ ਜੈਵੰਤ ਸਿੰਘ ਇੱਕ ਸਟੇਟਮੈਂਟ ਹੋਰ ਦੇ ਦਿਓ। RS ਖੱਟਰ ਇਜ਼ ਨਾਟ ਪਾਰਟ ਆਫ ਦਾ ਅਕਾਲੀ ਦਲ। ਤੁਸੀਂ ਮੈਨੂੰ ਦੱਸੋ ਉਹ ਕੀ ਰਿਟਾਇਰ ਹੋ ਕੇ ਉਹਨਾਂ ਨੇ ਅਕਾਲੀ ਦਲ ਜੁਆਇਨ ਕਰ ਦਿੱਤਾ ਹੈ? ਉਹਨਾਂ ਨੇ ਕੋਈ ਅਕਾਲੀ ਦਲ ਨਹੀਂ ਜੁਆਇਨ ਕੀਤਾ। ਉਹ ਗੁਰਸਿੱਖ ਸੀਗੇ, ਉਹਨਾਂ ਨੇ ਆਪਣਾ ਕੰਮ ਕੀਤਾ। ਚਲੋ ਇੱਕ ਸਟੇਟਮੈਂਟ ਹੋਰ ਦੇ ਦਿਓ ਕਰਨਲ ਜੈਵੰਤ ਸਿੰਘ। ਇਸ ਚੀਜ਼ ਦੀ ਸਰਾਹਨਾ ਦੇ ਰਿਹਾ, ਅਕਾਲੀ ਦਲ ਨੂੰ ਨਹੀਂ ਦੇ ਰਿਹਾ। ਇੱਕ ਸਟੇਟਮੈਂਟ ਹੋਰ ਦੇ ਦਿਓ। ਤੁਸੀਂ ਇਸ ਗੱਲ ਦੇ ਵਿੱਚ ਅਕਾਲੀ ਦਲ ਦੇ ਨਾਲ ਨਾ ਜੋੜੋ ਤੇ ਚੰਗਾ ਹੈ। ਚਲੋ ਕਰਨਲ ਜੈਵੰਤ ਸਿੰਘ ਇੱਕ ਸਟੇਟਮੈਂਟ ਹੋਰ ਦੇ ਦਿਓ। ਅਕਾਲੀ BJP ਸਰਕਾਰ ਵੇਲੇ ਬੇਅਦਬੀ ਹੋਈ, ਅਕਾਲੀ BJP ਸਰਕਾਰ ਅੱਜ ਵੀ ਕਟਾਰੇ 'ਚ ਖੜੀ ਹੈ। ਕਰਨਲ ਜੈਵੰਤ ਸਿੰਘ ਇਹ ਕਹਿਣਾ ਚਾਹ ਰਹੇ ਹੈ? ਹਾਂ ਬਿਲਕੁਲ, ਜਦੋਂ ਤੱਕ ਸਰਕਾਰਾਂ ਵੀ ਖੜੀਆਂ ਨੇ, ਜਿਨ੍ਹਾਂ ਨੇ ਬੇਅਦਬੀ ਕੀਤੀ ਹੈ ਉਹ ਵੀ ਖੜੇ ਨੇ, ਜਿਹੜੇ ਡੇਰੇ ਦੇ ਵਿੱਚ ਇਨਵੋਲਡ ਨੇ ਉਹ ਵੀ ਖੜੇ ਨੇ, ਜਿਹੜੇ ਐਬਸਕੌਂਡਿੰਗ ਨੇ ਉਹ ਵੀ ਖੜੇ ਨੇ, ਪੂਰਾ ਪੰਜਾਬ ਖੜਾ ਹੈ। ਤੇ ਡੇਰੇ ਇਹ ਕਹਿੰਦੇ ਆ ਕਿ ਜਲਦੀ ਤੋਂ ਜਲਦੀ ਸਾਰੇ ਮਿਲ ਕੇ, ਸਿਰਫ ਅਸੀਂ ਲੈਟ ਅਸ ਨਾਟ ਪੁੱਟ ਦਾ ਰਿਸਪੌਂਸਿਬਿਲਟੀ ਓਨਲੀ ਔਨ ਅਕਾਲੀ ਦਲ, ਅਸੀਂ ਸੋਸ਼ਲ ਲੈਵਲ ਦੇ ਉੱਤੇ ਸਾਰੇ ਇਸ ਚੀਜ਼ ਦੀ ਰਿਸਪੌਂਸਿਬਿਲਟੀ ਲਈਏ ਤੇ ਇਸ ਗੱਲ ਦੇ ਧਰ 'ਚ ਪਹੁੰਚੀਏ। ਤੇ ਮੈਂ ਇਸ ਵੇਲੇ ਆਮ ਆਦਮੀ ਪਾਰਟੀ ਨੂੰ ਕਹਿਣਾ ਚਾਹੁੰਦਾ ਕਿ 2 ਸਰਕਾਰਾਂ 4 ਚੀਫ ਮਿਨਿਸਟਰ ਤੇ ਗਿਰ ਚੁੱਕੇ ਨੇ। ਇਸ ਗੱਲ ਦੇ ਵਿੱਚ ਕਿਤੇ ਤੁਸੀਂ ਵੀ ਨਾ ਗਿਰ ਜਾਇਓ। ਕੁਝ ਥੋੜਾ ਬਹੁਤਾ ਅਨਨੈਸੈਸਰਲੀ ਚੀਮਾ ਸਾਹਿਬ ਨੂੰ ਕਹੋ ਕਿ ਆਪਣਾ ਪੋਲੀਟੀਕਲ ਗੇਨ ਨਾ ਲੈਣ ਦੀ ਕੋਸ਼ਿਸ਼ ਕਰਨ ਤੇ ਕੁਝ ਥੋੜਾ ਕੰਮ ਕਰਨ। ਤੇ ਜਿਹੜਾ ਬਰਗਾਰੀ ਦਾ ਜਿਹੜਾ ਕੇਸ ਹੈ ਘੱਟ ਤੋਂ ਘੱਟ ਉਹਨੂੰ ਜਲਦੀ ਤੋਂ ਜਲਦੀ ਰਿਜ਼ੋਲਵ ਕਰਨ, ਉਹਦੇ ਬਾਅਦ ਵੀ ਕ੍ਰੈਡਿਟ ਨਾ ਲੈਣ। ਹਜ਼ੂਰੀ ਦੇ ਵਿੱਚ ਤੇ ਤੁਸੀਂ ਆਪਣੇ ਪੋਲੀਟੀਕਲ ਰੋਟੀਆਂ ਨਾ ਸੇਕਣ ਦੀ ਕੋਸ਼ਿਸ਼ ਕਰੋ, ਕੰਮ ਕਰੋ। ਕਰਨਲ ਜੈਵੰਤ ਸਿੰਘ ਇੱਕ ਸਟੇਟਮੈਂਟ ਹੋਰ ਦੇ ਦਿਓ ਮੈਨੂੰ। ਡੇਰਾ ਪ੍ਰੇਮੀਆਂ ਤੇ ਜਿਹੜਾ ਸਕੰਜਾ ਇੱਥੇ ਕੱਸਿਆ ਗਿਆ, ਇਸ ਫੈਸਲੇ ਨੂੰ ਅਸੀਂ ਇਸ ਤਰੀਕੇ ਨਾਲ ਜੋੜ ਕੇ ਦੇਖ ਸਕਦੇ ਹਾਂ ਕਿ ਜਿਹੜਾ ਡੇਰਾ ਮੁਖੀ ਦਾ ਨਾਮ ਵਿੱਚ ਆ ਰਿਹਾ ਤੇ ਹੋਰ ਡੇਰਾ ਪ੍ਰੇਮੀ ਦਾ ਜਿਹੜਾ ਨਾਮ ਆ ਰਿਹਾ, ਉਹ ਇਸ ਫੈਸਲੇ ਦਾ ਅਸਰ ਹੋਊਗਾ ਉੱਥੇ ਜਾ ਕੇ ਜਾਂ ਨਹੀਂ?
ਬਿਲਕੁਲ ਹੋਏਗਾ ਜੀ, ਹੋਣਾ ਵੀ ਚਾਹੀਦਾ ਹੈ। ਇਹ ਜਿਹੜਾ ਡੇਰਾ ਕਲਚਰ ਹੈ ਇਹਦੇ ਬਾਰੇ ਸੋਸ਼ਲ ਤੇ ਪੋਲੀਟੀਕਲ ਲੈਵਲ ਤੇ ਉੱਤੇ ਸਾਨੂੰ ਸੋਚਣਾ ਪਏਗਾ ਕਿ ਅਗਰ ਡੇਰਾ ਕਲਚਰ ਸਾਡੀ ਪੀਰਾਂ ਦੀ ਧਰਤੀ, ਗੁਰੂਆਂ ਪੀਰਾਂ ਦੀ ਧਰਤੀ ਤੇ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੀ ਖਿਲਾਫ ਹੈਗਾ ਤੇ ਕੀ ਸਾਨੂੰ ਡੇਰਾ ਕਲਚਰ ਨੂੰ ਇੱਥੇ ਰੱਖਣਾ ਚਾਹੀਦਾ ਹੈ? ਇਟ ਹੈਜ਼ ਟੂ ਬੀ ਟ੍ਰੀਟਡ ਐਜ਼ ਅ ਲਾਅ ਐਂਡ ਆਰਡਰ ਪ੍ਰੋਬਲਮ। ਇਹ ਪਾਰਟੀ ਦੀ ਸਟੇਟਮੈਂਟ ਹੈ, ਇਹਦੇ ਉੱਤੇ ਬਹੁਤ ਗੰਭੀਰਤਾ ਦੇ ਉੱਤੇ ਸੋਚਣਾ ਪੋਲੀਟੀਕਲ ਸੋਸ਼ਲ ਲੈਵਲ ਦੇ ਉੱਤੇ ਬਹੁਤ ਜ਼ਰੂਰੀ ਹੈ। ਇਹ ਪਾਰਟੀ ਦੀ ਸਟੇਟਮੈਂਟ ਹੈ ਜਾਂ ਕਰਨਲ ਜੈਬੰਦ ਸਿੰਘ ਦੀ ਨਿੱਜੀ ਸਟੇਟਮੈਂਟ ਹੈ ਡੇਰਾ ਕਲਚਰ ਤੇ? ਸਮਝਿਆ ਨਹੀਂ ਜੀ। ਕਰਨਲ ਜੈਬੰਦ ਸਿੰਘ, ਇਹ ਪਾਰਟੀ ਦੀ ਸਟੇਟਮੈਂਟ ਹੈ ਜਾਂ ਡੇਰਾ ਕਲਚਰ ਤੇ ਕਰਨਲ ਜੈਬੰਦ ਸਿੰਘ ਦੀ ਨਿੱਜੀ ਸਟੇਟਮੈਂਟ ਹੈ? ਨਹੀਂ ਜੀ, ਇਹ ਪਾਰਟੀ ਦੀ ਵੀ ਸਟੇਟਮੈਂਟ ਹੈਗੀ ਹੈ। ਜੋ ਦੋਸ਼ੀ ਹੈਗਾ ਇਸ ਕੰਮ ਦੇ ਵਿੱਚ ਉਹਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਆਮ ਆਦਮੀ ਪਾਰਟੀ ਪਹਿਲ ਲਏ, ਅਸੀਂ ਉਹਨਾਂ ਦੇ ਪੂਰਾ ਸਮਰਥਨ ਦੇਵਾਂਗੇ, ਚਾਹੇ ਉਹਨਾਂ ਚ ਡੇਰਾ ਮੁਖੀ ਹੀ ਕਿਉਂ ਨਾ ਹੋਵੇ ਜਿਹੜਾ ਇਸ ਵਕਤ ਸਲਾਖਾ ਪਿੱਛੇ ਡੇਰਾ ਦੇ ਹਰ ਡੇਰੇ ਦੇ ਉੱਤੇ ਹੋਣਾ ਚਾਹੀਦਾ ਜਿਹੜਾ ਡੇਰਾ ਇਹਨਾਂ ਚੱਕਰਾਂ ਚ ਪਿਆ ਹੋਇਆ ਜੋ ਪੋਲੀਟੀਕਲੀ ਇਨਵੋਲਵਡ ਹੈ। ਠੀਕ ਹੈ, ਇੱਕ ਹੋਰ ਛੋਟਾ ਬ੍ਰੇਕ ਤੋਂ ਵਾਪਸ ਆਊਂਗਾ। ਸਜ਼ਾ ਤੇ ਸਿਆਸਤ ਕਿਉਂ, बड़े सवाल है, बड़े जवाब मिलने, बहुत राज खुलणगे, हजे बहुत कुछ बाकी है। वापस आ रहे एक फिर थोड़ा स्वागत करते हैं। सज़ा ते सियासत क्यों, असीं वड्डा सवाल पुछ रहे मालकी बेअदबी मामले च अदालत के फैसले ते सियासत क्यों तपी। असीं वापस उस मुद्दे ते आउंदे हां। आरपी खडियाल, धारा 295 AA ये होनी चाहिए है या नहीं? कांग्रेस स्टैंड की है क्योंकि तुहाडी सरकार वेले ये सब कुछ पुट अप होया सी। एग्जैक्टली ਅਸੀਂ ਇਨੀਸ਼ੀਏਟਿਵ ਲਿਆ ਸੀਗਾ ਵੀ ਜਿਹੜੀ ਉਮਰ ਕੈਦ ਹੈ ਉਹ ਹੋਣੀ ਚਾਹੀਦੀ ਹੈ ਜੇ ਕੋਈ ਵੀ ਬੇਅਦਬੀ ਕਰਦਾ ਹੈ। ਇਹ ਸਾਰੀਆਂ ਪਾਰਟੀਆਂ ਨੇ ਵੀ ਮੰਨਿਆ, ਇਸ ਗੱਲ ਦਾ ਜ਼ਿਕਰ ਵੀ ਬਹੁਤ ਹੋਇਆ, ਲੇਕਿਨ ਸੈਂਟਰਲ ਗਵਰਨਮੈਂਟ ਨੇ ਇਹ ਚੀਜ਼ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। इतों पता लग जाता है कि बीजेपी ये कर सकती सी, बीजेपी ने कीता नहीं, समा दी इन्होंने रिजेक्ट करता इस चीज नहीं। तुहानू लगदा नहीं मिस्टर खडियाल, तुहानू लगदा नहीं जे अप्रूव हुंदा ते इहदा मिसयूज भी हो सकदा सी? मिसयूज किवें हो जांदा? जुडिशरी दे विच भरोसा है, जे झूठा कोई केस हुंदा भी ਉਹ ਜਾ ਕੇ ਅੰਦਰ ਬੰਦਾ ਬਾਇਜ਼ਤ ਬਰੀ ਹੋ ਜਾਂਦਾ ਜਾਂ ਕੈਂਸਲੇਸ਼ਨ ਹੋ ਜਾਂਦੀ, ਕੋਸ਼ ਹੋ ਜਾਂਦੀ। ਜਦੋਂ ਅਕਾਲੀ ਦਲ ਇਹ ਡਿਮਾਂਡ ਕਰਦਾ ਪਿਆ ਸੀਗਾ, ਅਕਾਲੀ ਦਲ ਨੇ ਇੱਕ ਮੀਟਿੰਗ ਵੀ ਕੀਤੀ ਸੀ, ਸ਼ਾਇਦ ਤੁਹਾਨੂੰ ਯਾਦ ਹੋਵੇ, ਉਦੋਂ ਤੁਸੀਂ ਅਪੋਜ਼ ਕੀਤਾ ਸੀ, ਸਪੋਰਟ ਕੀਤਾ ਸੀ ਅਕਾਲੀ ਦਲ ਨੂੰ ਇਸੇ ਮੁੱਦੇ ਤੇ ਵੀ ਸਜ਼ਾ ਜਿਹੜੀ ਵਧਣੀ ਚਾਹੀਦੀ ਹੈ? ਨੰਬਰ 1 ਉਹ ਡਿਫਰੈਂਟ ਐਸਪੈਕਟ ਸੀਗਾ। ਜਿਹੜੀ ਚੀਜ਼ ਅਸੀਂ ਕਹਿ ਰਹੇ ਸੀਗੇ ਉਹ ਇਹ ਸੀਗੀ ਕਿ 295 AA ਹੋਣਾ ਚਾਹੀਦਾ ਹੈ ताकि if anyone indulges into sacrilege ਉਹਨੂੰ ਉਮਰ ਕੈਦ ਹੋਵੇ, ਲਾਈਫ ਇੰਪ੍ਰਿਜ਼ਨਮੈਂਟ ਹੋਵੇ। ਲੇਕਿਨ ਇਹਦਾ ਦੂਜਾ ਆਲਟਰਨੇਟਿਵ ਵੀ ਹੈ ਕਿ ਤੁਸੀਂ ਬਿਕੋਜ਼ ਗੁਰੂ ਗ੍ਰੰਥ ਸਾਹਿਬ ਇੱਕ ਲਿਵਿੰਗ ਗੁਰੂ ਨੇ, ਲਿਵਿੰਗ ਐਂਟੀਟੀ ਨੇ, 302 ਐਡ ਕਰ ਸਕਦੇ ਹੋ ਜਦੋਂ ਆਨਰੇਬਲ ਸੁਪਰੀਮ ਕੋਰਟ ਨੇ ਕਹਿਤਾ। ਹੁਣ ਇੱਥੇ ਮੈਟਰ ਕੀ ਚੀਜ਼ ਕਰਦੀ ਹੈ? ਜਦੋਂ ਮੈਂ ਗਰੇਵਾਲ ਸਾਹਿਬ ਨੂੰ ਇਹ ਗੱਲ ਕਹੀ ਵੀ ਤੁਸੀਂ ਉੱਥੇ ਇੱਕ ਐਪਲੀਕੇਸ਼ਨ ਮੂਵ ਕਰਦੇ 216 CRPC ਦੇ ਥੱਲੇ, ਉਹਦੇ ਤਹਿਤ ਉਹਦੇ ਨਾਲ 4 ਜਿਹੜਾ ਆਲਟਰ ਕਰਦੇ ਤੇ most probably ਹੋ ਜਾਂਦਾ ਬਿਕੋਜ਼ ਸੁਪਰੀਮ ਕੋਰਟ ਨੇ ਕਿਹਾ ਹੋਇਆ। ਸਾਨੂੰ ਤਾਂ ਲੋਕਾਂ ਨੇ ਫਤਵਾ ਦਿੱਤਾ ਸੀਗਾ, we have been sidelined। ਹਾਲਾਂਕਿ ਸਾਡੀ ਇਨਵੈਸਟੀਗੇਸ਼ਨ, ਸਾਡੇ ਚਲਾਨ, ਸਾਡੀ ਚਾਰਜ ਸ਼ੀਟ, ਸਾਡੇ ਐਵੀਡੈਂਸ ਕਰਕੇ ਇਹ ਚੀਜ਼ ਹੋਈ, ਬਟ ਫਿਰ ਵੀ ਬਿਕੋਜ਼ ਤੁਸੀਂ ਕ੍ਰੈਡਿਟ ਭਾਲ ਦਿਓ, ਮੈਨੂੰ ਇਹ ਗੱਲ ਦਾ ਜਵਾਬ ਦਿਓ ਕਿ ਕੀ ਇਹਦਾ ਆਊਟਕਮ ਨਿਕਲਦਾ ਇਹ ਐਪਲੀਕੇਸ਼ਨ ਦਾ ਚਾਰਜ ਆਲਟਰ ਹੋਵੇ, ਅਮੈਂਡ ਹੋਵੇ, that is a second thing। ਨਹੀਂ ਮਿਸਟਰ ਖੜੇ, ਮੈਨੂੰ ਥੋੜਾ ਕਲੀਅਰ ਕਰ ਦਿਓ ਮਿਸਟਰ ਖੜੇ। ਮੈਂ ਤੁਹਾਡੀ ਗੱਲ ਸੁਣ ਰਿਹਾ, ਮੈਂ ਥੋੜਾ ਮੈਨੂੰ ਕਲੀਅਰ ਕਰ ਦਿਓ। ਧਾਰਾ 302 ਐਡ ਕਰ ਸਕਦੇ ਸੀਗੇ ਆਪਦੀ ਸਰਕਾਰ ਬਣਦੇ? ਮੈਨੂੰ ਉਸ ਸਵਾਲ ਦਾ ਜਵਾਬ ਦੇ ਦਿਓ। ਬਿਲਕੁਲ 100% ਪ੍ਰੋਸੀਕਿਊਟਰ ਲਾਅ ਕਹਿੰਦਾ ਹੈ ਕਿ ਕਿਸੇ ਵੀ ਸਟੇਜ ਤੇ ਇਹ ਤੋਂ ਪਹਿਲਾਂ ਜਜਮੈਂਟ ਪ੍ਰੋਨਾਂਸ ਹੋਣ ਤੋਂ ਪਹਿਲਾਂ ਕਿਸੇ ਵੀ ਸਟੇਜ ਤੇ ਚਾਰਜ ਜਿਹੜਾ ਆਲਟਰ ਹੋ ਸਕਦਾ, ਅਮੈਂਡ ਹੋ ਸਕਦਾ ਹੈ, ਉਹਦੇ ਲਈ ਐਪਲੀਕੇਸ਼ਨ ਮੂਵ ਕਰਨੀ ਪੈਂਦੀ ਹੈ। ਨੰਬਰ 1 ਗਰੇਵਾਲ ਸਾਹਿਬ ਕਹਿੰਦੇ ਜੀ ਐਵੀਡੈਂਸ ਬੜਾ ਕਮਜ਼ੋਰ ਸੀਗਾ ਜੀ, ਆਹ ਬੜਾ ਕਮਜ਼ੋਰ ਸੀਗਾ ਜੀ, ਤਾਂ ਨਹੀਂ ਕਰ ਸਕਦੇ ਸੀਗੇ। ਕਰ ਸਕਦੇ ਸੀਗੇ ਤੁਸੀਂ, ਵੈਰੀ ਮਚ ਕੁਡ ਹੈਵ ਡਨ ਇਟ, ਪਰ ਤੁਸੀਂ ਨਹੀਂ। ਉਹਦਾ ਆਊਟਕਮ ਵੁੱਡ ਹੈਵ ਬੀਨ ਅ ਸੈਕੰਡਰੀ ਥਿੰਗ। ਪ੍ਰਾਇਮਰੀ ਇਹ ਹੁੰਦਾ ਵੀ ਤੁਸੀਂ ਟਰਾਈ ਵੀ ਨਹੀਂ ਕੀਤਾ ਤੇ ਹੋ ਵੀ ਜਾਂਦਾ ਬਿਕੋਜ਼ ਸੁਪਰੀਮ ਕੋਰਟ ਦੀ ਜਜਮੈਂਟ ਹੈ। ਤੀਜੀ ਗੱਲ ਬਸ ਲਾਸਟ ਹੈ ਪਲੀਜ਼। ਆਮ ਆਦਮੀ ਪਾਰਟੀ ਨੂੰ ਬਸ ਇੰਨੀ ਗੱਲ ਪੁੱਛਦਾ ਹੈ, ਤੁਸੀਂ ਕੋਈ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕੀਤਾ ਵੀ ਡੈਥ ਪੈਨਲਟੀ ਹੋਵੇ ਜਾਂ ਉਮਰ ਕੈਦ ਹੋਵੇ, ਜਾਂ ਕੋਈ ਆਲ ਪਾਰਟੀ ਮੀਟ ਬੁਲਾਈ ਵੀ ਸੈਂਟਰਲ ਗਵਰਨਮੈਂਟ ਨੂੰ ਪ੍ਰਪੋਜ਼ਲ ਭੇਜਿਆ ਜਾਵੇ ਵੀ ਪੰਜਾਬ ਦੇ ਵਿੱਚ ਕੋਈ ਵੀ ਬੇਅਦਬੀ ਕਰਦਾ ਤਾਂ ਡੈਥ ਪੈਨਲਟੀ ਹੋਣੀ ਚਾਹੀਦੀ ਹੈ, ਕੋਈ ਲੈਟਰ ਲਿਖਿਆ, ਕੋਈ ਠੀਕ ਹੈ। ਮੈਂ ਇਸ ਵਾਰ ਕੋਰਟ ਦੇ ਵਿੱਚ ਕੀ ਕਰਨਗੇ? ਚਲੋ ਮੈਂ ਇਸ ਵਾਰ ਕੇਸ ਆਊਗਾ ਕਿ ਇਹ ਚਾਰਜ ਅਮੈਂਡ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ। ਗਰੇਵਾਲ ਸਾਹਿਬ ਦੱਸੋ। ਠੀਕ ਹੈ ਗਰੇਵਾਲ ਸਾਹਿਬ, ਬਹੁਤ ਸਵਾਲ ਹੈ। ਬੇਅਦਬੀ ਮਾਮਲੇ ਤੇ ਇਜਲਾਸ ਦੀ ਵੀ ਗੱਲ ਕੀਤੀ ਜਾ ਰਹੀ ਹੈ, ਬੇਅਦਬੀ ਮਾਮਲੇ ਤੇ ਸਵਾਲ ਇਹ ਵੀ ਕੀਤਾ ਜਾ ਰਿਹਾ ਕਿ ਤੁਸੀਂ ਇਸ ਨੂੰ ਅਮੈਂਡ ਕਰਨ ਲਈ ਕੀ ਕੁਝ ਕੀਤਾ, ਕੋਈ ਮਤਾ ਲਿਆਂਦਾ, ਕੋਈ ਸਰਬ ਪਾਰਟੀ ਬੈਠਕ ਬੁਲਾਈ? ਸਾਰੇ ਸਵਾਲਾਂ ਦਾ ਜਵਾਬ ਦੇ ਦਿਓ ਗਰੇਵਾਲ ਸਾਹਿਬ।
ਜੀ ਕੇਪੀ ਜੀ, ਪਹਿਲੀ ਸਭ ਤੋਂ ਪਹਿਲਾਂ ਮੈਂ ਇੱਕ ਗੱਲ ਕਹਾਂ ਕਿ ਬੀਬਾ ਜੀ ਕਹਿ ਰਹੇ ਸੀ ਕਿ ਬਾਦਲ ਸਾਹਿਬ ਉਹਨਾਂ ਨੂੰ ਕਲੀਨ ਚਿੱਟ ਮਿਲੀ ਹੈ। ਬਿਲਕੁਲ ਨਹੀਂ ਮਿਲੀ, ਬਿਲਕੁਲ ਕਲੀਨ ਚਿੱਟ ਨਹੀਂ ਮਿਲੀ। ਜਿਹੜੀ ਇਨਵੈਸਟੀਗੇਸ਼ਨ ਆ, ਅਸੀਂ ਬਾਰ-ਬਾਰ ਕਹਿ ਰਹੇ ਹਾਂ, ਆਨਗੋਇੰਗ ਇਨਵੈਸਟੀਗੇਸ਼ਨ ਹੈ, ਇਹਦੀਆਂ ਕੜੀਆਂ ਜੁੜਨੀਆਂ। ਠੀਕ ਹੈ ਅਹਿਬਾਬ ਜੀ ਠੀਕ ਹੈ। ਆਪਾਂ ਫਿਰ ਰਿਵਰਸ ਗੇਅਰ ਚੱਲ ਜਾਂਦੇ ਪਲੀਜ਼। ਕੇਪੀ ਜੀ ਫਿਰ ਜਵਾਬ ਤਾਂ ਲੈ ਲਓ ਨਾ ਹੁਣ। ਹਾਂ ਬੋਲੋ। ਪਹਿਲੀ ਦੂਜੀ ਗੱਲ ਇਹ ਕਹਿ ਰਹੇ ਨੇ ਕਿ ਤੁਸੀਂ ਅਮੈਂਡ ਕਿਉਂ ਨਹੀਂ ਕੀਤਾ। ਪਹਿਲੀ ਗੱਲ ਤਾਂ ਇਹਨਾਂ ਕੋਲ ਇੰਨੇ ਸਿਆਣੇ ਵਕੀਲ ਸੀ, ਇਹਨਾਂ ਨੇ ਕਿਉਂ ਨਹੀਂ ਮੂਵ ਕੀਤੀ? ਕੋਈ ਤਾਂ ਕਾਰਨ ਰਿਹਾ ਹੋਣਾ। ਹੁਣ ਰਹੀ ਗੱਲ, ਅਸੀਂ ਵਿਦ ਦ ਐਵੀਡੈਂਸ ਐਟ ਹੈਂਡ, ਜਿਸ ਤਰ੍ਹਾਂ ਇਸ ਕੇਸ ਦੇ ਵਿੱਚ ਜਿਸ ਤਰ੍ਹਾਂ ਬੌਚਅਪ ਹੋਇਆ ਸੀ ਐਵੀਡੈਂਸ ਕਲੈਕਸ਼ਨ, ਜਿਸ ਤਰ੍ਹਾਂ ਇਨਵੈਸਟੀਗੇਸ਼ਨ ਬੌਚਅਪ ਕੀਤੀ ਗਈ ਸੀ, ਵਿਦ ਦ ਐਵੀਡੈਂਸ ਐਟ ਹੈਂਡ ਬੈਸਟ ਪੋਸੀਬਲ ਅਸੀਂ ਉਹਦਾ ਰਿਜ਼ਲਟ ਲਿਆਉਣ ਦੀ ਕੋਸ਼ਿਸ਼ ਕੀਤੀ ਤੇ ਉਹ ਮਿਲਿਆ। ਹੁਣ ਰਹੀ ਗੱਲ ਜਿਹੜੀ ਇਸ ਚੀਜ਼ ਦੀ, ਕਰਨਲ ਸਾਹਿਬ ਨੇ ਗੱਲ ਕੀਤੀ ਕਿ ਇੱਕ ਤਰੀਕੇ ਦੀ ਸੋਚ, ਜਿਵੇਂ ਕਹਿੰਦੇ ਨਾ, ਮੈਂ ਇੱਕ ਗੱਲ ਕਹਿ ਰਿਹਾ, ਡੇਰੇ ਹੋਣਾ ਇਹ ਆਪਣੇ ਸਮਾਜ ਦੀ ਕਮੀ ਹੈ, ਆਪਣੇ ਸਮਾਜ ਚ ਵੰਡੀਆਂ ਨੇ ਤਾਂ ਇਹ ਹੁੰਦਾ। ਪਹਿਲੀ ਗੱਲ। ਦੂਜੀ ਗੱਲ, ਮੈਂ ਇੱਕ ਚੀਜ਼ ਜ਼ਰੂਰ ਕਹਿਣੀ ਚਾਹੂੰਗਾ ਕੇਪੀ ਜੀ, ਇੱਥੇ ਇੱਕ ਚੀਜ਼ ਐਡ ਕਰਨੀ ਚਾਹੂੰਗਾ। ਤੁਸੀਂ ਇਜਲਾਸ ਬੁਲਾ ਲਓ, ਤੁਸੀਂ ਕੁਛ ਕਰ ਲਓ, ਜਦੋਂ ਆਪਾਂ ਸੈਂਟਰ ਨੂੰ ਇੱਕ ਲਾਅ ਬਣਾ ਕੇ ਭੇਜ ਰਹੇ ਹਾਂ, ਆਪਾਂ ਨੂੰ ਪਤਾ ਕਿ ਇੱਕ ਸੈਕੂਲਰ ਮੁਲਕ ਹੈ, ਇੱਕ ਧਰਮ ਇਨ ਪਾਰਟਿਕੂਲਰਲੀ ਲਾਅ ਨਹੀਂ ਬਣ ਸਕਦੀ। ਇਹਦਾ ਮਤਲਬ ਕਿ ਵੀ ਆਰ ਡੂਇੰਗ ਇਟ ਔਨ ਪਰਪਸ, ਕਿ ਇੱਕ ਬਣਾ ਕੇ ਭੇਜ ਦਿਓ, ਚਲੋ ਲੰਬੀ ਪਾ ਦਿਓ, ਅਸੀਂ ਕੱਲ ਇਜਲਾਸ ਬੁਲਾ ਵੀ ਲਈਏ। ਗਰੇਵਾਲ ਸਾਹਿਬ ਮੈਂ ਤੁਹਾਡੀ ਗੱਲ ਸਮਝ ਗਿਆ। ਤੁਹਾਡਾ ਕਾਊਂਟਰ ਬੜਾ ਅੱਛਾ ਗਰੇਵਾਲ ਸਾਹਿਬ, ਤੁਹਾਡਾ ਕਾਊਂਟਰ ਬੜਾ ਅੱਛਾ ਹੈ, ਮੈਂ ਕਹਿ ਰਿਹਾ ਨਾ ਗਰੇਵਾਲ ਸਾਹਿਬ, ਤੁਹਾਡਾ ਕਾਊਂਟਰ ਬੜਾ ਅੱਛਾ, ਮੈਂ ਕਹਿ ਰਿਹਾ। ਮੇਰਾ ਸਵਾਲ ਤਾਂ ਹੁਣ ਇਹ ਹੈ, ਮੰਨ ਲਓ ਇਜਲਾਸ ਸੱਦ ਕੇ ਕੁਝ ਨਹੀਂ ਹੋਣਾਗਾ, ਬਿੱਲ ਬਣਾ ਕੇ ਫਾਰਮੈਲਿਟੀ ਕਰਤੀ, ਸਿਆਸਤ ਕਰਤੀ, ਸਾਰਾ ਕੁਝ ਕਹਿ ਲਓ ਗਰੇਵਾਲ ਸਾਹਿਬ, ਹੁਣ ਧਾਰਾ 302 ਜੋੜ ਸਕਦੇ ਹੋ ਜਾਂ ਨਹੀਂ ਜਿਹੜੇ ਭਗੋੜੇ ਆ? ਇਹਦਾ ਜਵਾਬ ਇਹ ਹੈ ਐਵਰੀਥਿੰਗ ਪੋਸੀਬਲ ਅੰਡਰ ਦ ਲਾਅ ਵਿਲ ਬੀ ਡਨ। ਪਹਿਲੀ ਗੱਲ। ਦੂਜੀ ਗੱਲ, ਤੇ ਇੱਕ ਮਿੰਟ ਗਰੇਵਾਲ ਸਾਹਿਬ ਅੰਡਰ ਦਾ ਲਾਅ ਧਾਰਾ 302 ਹੈ ਜਾਂ ਨਹੀਂ ਸਰ? ਐਪਲੀਕੈਂਟ ਕਹਿ ਰਿਹਾ, ਮੈਂ ਨਹੀਂ ਕਹਿ ਰਿਹਾ। 302 ਨਹੀਂ ਹੈ। ਨਾ ਹੁਣ ਸੁਣੋ 302 ਨਹੀਂ ਹੈ। ਇੱਕ ਐਪਲੀਕੇਸ਼ਨ ਲਾ ਸਕਦੇ ਹੋ ਜਿੱਥੇ ਕੋਰਟ ਕਹਿੰਦਾ ਕਿ 302 ਲੱਗਦੀ ਹੈ ਕਿ ਨਹੀਂ ਲੱਗਦੀ, ਇਹ ਹੁੰਦਾ। ਸੁਣੋ ਇੱਕ ਮਿੰਟ। ਹੁਣ ਗੱਲ ਇਹ ਹੈ ਕਿ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ, ਅਕਾਲੀ ਦਲ ਤੇ ਭਰੋਸਾ ਕਿਉਂ ਨਹੀਂ ਸੀ? ਇੱਕ ਬੇਅਦਬੀ, ਦੂਜੀ ਬੇਅਦਬੀ, ਬਰਗਾੜੀ ਚ ਗੋਲੀਆਂ, ਇੱਥੇ ਕਤਲ, ਉਸ ਕਰਕੇ ਅਕਾਲੀ ਦਲ ਤੇ ਭਰੋਸਾ ਨਹੀਂ ਸੀਗਾ। ਕੋਈ ਇਹ ਨਹੀਂ ਸੀਗਾ ਕਿ ਅਕਾਲੀ। ਚਲੋ ਠੀਕ ਹੈ ਗਰੇਵਾਲ ਸਾਹਿਬ ਠੀਕ ਹੈ। ਡਾਕਟਰ ਜਸਵਿੰਦਰ ਕੌਰ, ਮੈਂ ਇੱਕ ਸਵਾਲ ਤੁਹਾਡੇ ਤੋਂ ਲੈਣਾ ਚਾਹ ਰਿਹਾ, ਤੁਸੀਂ ਇੱਕ ਦੂਜੇ ਨੂੰ ਕਾਊਂਟਰ ਨਾ ਕਰੀ ਜਾਓ, ਕਿਰਪਾ ਕਰਕੇ ਮੇਰੇ ਸਵਾਲ ਦਾ ਜਵਾਬ ਦਿਓ, ਦਰਸ਼ਕਾਂ ਤੱਕ ਉਹ ਪਹੁੰਚਣਾ ਚਾਹੀਦਾ। ਡਾਕਟਰ ਜਸਵਿੰਦਰ ਕੌਰ, ਕੀ ਅਕਾਲੀ ਦਲ ਵੀ ਡਿਮਾਂਡ ਕਰਦਾ ਹੈ ਧਾਰਾ 302 ਐਡ ਹੋਵੇ? ਬਿਲਕੁਲ ਜੀ, ਹੋਣੀ ਚਾਹੀਦੀ ਹੈ, ਕਿਉਂਕਿ ਜੋ ਦੋਸ਼ੀ ਹੈ ਉਹਨਾਂ ਨੂੰ ਸਜ਼ਾ ਮੌਕੇ ਤੇ ਮਿਲਣੀ ਚਾਹੀਦੀ ਹੈ। ਅਸੀਂ ਤੇ ਆਮ ਆਦਮੀ ਪਾਰਟੀ ਨੂੰ ਕਹਿ ਰਹੇ, ਜਿਵੇਂ ਇਹ ਕਹਿ ਰਹੇ ਕਿ ਅਕਾਲੀ ਦਲ ਤੇ ਯਕੀਨ ਇਸ ਲਈ ਨਹੀਂ ਸੀ ਕਿ ਇੱਕ ਕਾਂਡ, ਦੂਸਰਾ ਕਾਂਡ, ਬੇਦਬੀ ਕਾਂਡ, ਤੇ ਅਕਾਲੀ ਦਲ ਦੇ ਉੱਤੇ ਤੇ ਵਿਰੋਧੀ ਧਿਰਾਂ ਸਾਰੀਆਂ ਇੰਨਾ ਕਿ ਜ਼ਿਆਦਾ ਟਾਰਗੇਟ ਕਰ ਗਈਆਂ ਸੀ ਕਿ ਉਹਨਾਂ ਨੂੰ ਲੱਗਦਾ ਸੀ ਕਿ ਅਕਾਲੀ ਦਲ ਦੇ ਸਰਕਾਰ 'ਚ ਜੋ ਵਿਕਾਸ ਹੋ ਰਿਹਾ ਉਹ ਅੱਜ ਤੱਕ ਨਹੀਂ ਹੋਇਆ। ਇਹ ਹੀ ਨਹੀਂ, ਸਾਡੇ ਪੰਜਾਬ ਦੇ ਲੋਕ ਵੀ ਇਸ ਗੱਲ ਨੂੰ ਜਾਣਦੇ ਨੇ ਕਿ ਜੋ ਵਿਕਾਸ ਬਾਦਲ ਸਾਹਿਬ ਦੇ ਟਾਈਮ ਤੇ ਹੋਇਆ ਹੈ, ਜਿੰਨੀ ਡਿਵੈਲਪਮੈਂਟ ਉਹਨਾਂ ਦੇ ਟਾਈਮ ਤੇ ਹੋਈ ਹੈ, ਉਹ ਅੱਜ ਦੀ ਮੌਜੂਦਾ ਹਾਲਾਤ ਦੇਖ ਲਓ। ਲਾਅ ਐਂਡ ਆਰਡਰ ਦੀ ਗੱਲ ਗਰੇਵਾਲ ਸਾਹਿਬ ਕਰ ਰਹੇ ਨੇ, ਕਾਨੂੰਨ ਦੀ ਗੱਲ, ਤੇ ਕਾਨੂੰਨ ਵਿਵਸਥਾ ਕਿੱਥੇ ਹੈ? ਲਾਅ ਐਂਡ ਜ਼ੀਰੋ ਤੇ ਜ਼ੀਰੋ ਹੈ ਤੁਹਾਡੀ 3 ਮਹੀਨੇ ਦੀ ਸਰਕਾਰ ਦੇ ਵਿੱਚ। 24 ਘੰਟਿਆਂ 'ਚ 3 ਕਤਲ ਹੋ ਰਹੇ ਨੇ। ਅੰਮ੍ਰਿਤਸਰ ਸਾਹਿਬ ਤੋਂ 3 ਕਤਲ ਹੋ ਰਹੇ ਨੇ, ਕਿੱਥੇ ਨੇ ਲਾਅ ਐਂਡ ਆਰਡਰ? ਮੂਸੇਵਾਲੇ ਦੀ ਤੁਸੀਂ ਸਿਕਿਉਰਿਟੀ ਵਾਪਸ ਲੈ ਲੈਂਦੇ ਹੋ, ਉਹ ਸਿਰਫ ਆਪਾਂ ਟਰੈਕ ਤੋਂ ਪਾਸੇ ਹੋ ਗਏ। ਡਾਕਟਰ ਜਸਵਿੰਦਰ ਕੌਰ, ਆਪਾਂ ਟਰੈਕ ਤੋਂ ਪਾਸੇ ਨਾ, ਆਪਾਂ ਟਰੈਕ ਤੋਂ ਪਾਸੇ ਨਾ ਹੋਈਏ, ਆਪਾਂ ਟਰੈਕ ਕਰੀਏ ਨਾ, ਟਰੈਕ ਕਰੀਏ। 1 ਮਹੀਨੇ ਦੀ ਚਲਾਈ ਹੈ, ਉਹਦੀ ਵਾਹ ਨਹੀਂ, ਇੱਕ ਮਿੰਟ ਡਾਕਟਰ ਜਸਵਿੰਦਰ ਕੌਰ ਸੁਣੋ ਤਾਂ ਸਹੀ ਨਾ। ਇਸ ਪੂਰੇ ਮਾਮਲੇ ਵਿੱਚ ਡੇਰਾ ਪ੍ਰੇਮੀਆਂ ਨੂੰ ਸਜ਼ਾ ਹੋਈ ਹੈ, ਤੁਹਾਨੂੰ ਪਤਾ ਇਸ ਗੱਲ ਦਾ? ਜੀ ਬਿਲਕੁਲ, ਡੇਰਾ ਪ੍ਰੇਮੀਆਂ ਨੂੰ ਸੁਣ ਲਓ, ਅਗਲਾ ਸਵਾਲ ਵੀ ਸੁਣ ਲਓ। ਡੇਰਾ ਮੁਖੀ ਨੂੰ ਮਾਫੀ ਕਿਹਨੇ ਦਿੱਤੀ ਸੀ? ਅੱਜ ਅਕਾਲੀ ਦਲ ਨੂੰ ਪਛਤਾਵਾ ਹੈ ਇਸ ਗੱਲ ਦਾ ਜਾਂ ਨਹੀਂ? ਅਕਾਲੀ ਦਲ ਅਗਰ ਕੋਈ ਗਲਤੀ ਕਰਦਾ ਉਹਨੂੰ ਸਵੀਕਾਰ ਕਰਦਾ। ਪਹਿਲੀ ਗੱਲ ਤਾਂ ਕੇਪੀ ਜੀ ਇਹ ਹੈਗੀ, ਅਕਾਲੀ ਦਲ 2-3 ਵਾਰੀ ਇਸ ਆਪਣੀ ਗਲਤੀ ਨੂੰ ਮੰਨ ਚੁੱਕਾ ਹੈ ਕਿ ਸਾਡੇ ਸਿਰਫ ਦੋਸ਼ ਇੰਨਾ ਸੀ ਕਿ ਅਸੀਂ ਉਸ ਟਾਈਮ ਸਾਡੀ ਮੌਜੂਦਾ ਸਰਕਾਰ ਸੀ, ਅਸੀਂ ਦੋਸ਼ੀਆਂ ਨੂੰ ਸਜ਼ਾ ਨਹੀਂ ਦੇ ਪਾਏ। ਲੇਕਿਨ ਜਿਹੜੀ ਡੇਰਾ ਮੁਖੀ ਦੀ ਗੱਲ ਕਰ ਰਹੇ ਹੋ ਉਸ ਦੇ ਵਿੱਚ ਵੀ ਮਾਫੀ ਮੰਗੀ ਗਈ, ਅਸੀਂ ਐਕਸੈਪਟ ਕਰ ਰਹੇ ਹਾਂ ਕਿ ਸਾਡੇ ਕੋਲੇ ਗਲਤੀ ਹੋਈ। ਠੀਕ ਹੈ ਡੇਰਾ ਪ੍ਰੇਮੀ ਜੋ ਹੈ, ਠੀਕ ਹੈ। ਇੱਕ ਮਿੰਟ ਮਿਸਟਰ ਖੜਿਆਲ, ਇੱਕ ਮਿੰਟ। ਕਰਨਲ ਜੈਬਲ ਸਿੰਘ, ਇਹ ਜਿਹੜੇ ਧਾਰਾ 295 ਡਬਲ ਏ ਦੀ ਗੱਲ ਹੋ ਰਹੀ ਹੈ, ਸਰਕਾਰ ਇਸ ਤੇ ਮੂਵ ਔਨ ਕਿਉਂ ਨਹੀਂ ਕਰਦੀ ਪਈ? ਕਰਨਲ ਜੈਬਲ ਸਿੰਘ, ਪਹਿਲਾ ਸਵਾਲ। ਦੂਜਾ ਸਵਾਲ ਇਹ ਹੈ ਕਿ ਤੁਹਾਨੂੰ ਲੱਗਦਾ ਕਿ ਇਹਦਾ ਮਿਸਯੂਜ਼ ਹੋ ਸਕਦਾ ਹੈ? ਤੀਜਾ ਸਵਾਲ ਇਹ ਹੈ ਕਿ ਐਨਡੀਏ ਨੂੰ ਪਤਾ, ਬੀਜੇਪੀ ਨੂੰ ਪਤਾ ਕਿ ਸਦਾ ਅਸੀਂ ਵੀ ਨਹੀਂ ਰਹਿਣਾ, ਕੱਲ ਨੂੰ ਇਹ ਨਾ ਹੋਵੇ ਇਸ ਧਾਰਾ ਦਾ ਕੋਈ ਹੋਰ ਇਸਤੇਮਾਲ ਕਰਨਾ ਸ਼ੁਰੂ ਕਰ ਦੇ ਗਲਤ। ਮਿਸਟਰ ਜੈਬਲਸ।
ਇਹ ਜੀ ਦੇਖੋ 255AA ਇੱਕ ਬੜਾ ਸੈਂਸਿਟਿਵ ਇਸ਼ੂ ਹੈਗਾ ਜਿਹਨੂੰ ਕਿ ਸਿਰਫ ਗਵਰਨਮੈਂਟ ਨੇ ਨਹੀਂ ਡੀਲ ਕਰਨਾ, ਇਹਨੂੰ ਜੁਡੀਸ਼ੀਅਲ ਤਰੀਕੇ ਦੇ ਨਾਲ ਡੀਲ ਕਰਨਾ ਪਏਗਾ, ਇਹਦੀ ਆਊਟਰੀਚ ਕਰਨੀ ਪੜੇਗੀ ਜੁਡੀਸ਼ੀਅਲ ਤਰੀਕੇ ਦੇ ਨਾਲ, ਇਹਨੂੰ ਆਰਬਿਟਰਰੀਲੀ ਚੇਂਜ ਨਹੀਂ ਕੀਤਾ ਜਾ ਸਕਦਾ। ਪਰ ਜਿਹੜਾ ਖਡਿਆਲ ਸਾਹਿਬ ਨੇ ਇੱਕ ਪੁਆਇੰਟ ਦਿੱਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਇਜ਼ ਅ ਲਿਵਿੰਗ ਗੁਰੂ, ਤੇ ਉਸ ਤਹਿਤ ਦੇ ਵਿੱਚ ਉਹ ਬੇਅਦਬੀ ਦੇ ਨਾਲ ਉਹਦੇ ਵਿੱਚ ਧਾਰਾ 302 ਲਗਾਉਣ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਦੇयर इज अ केस ओवर देयर। अगर आम आदमी पार्टी ने सही तरीके दे नाल इनू स्टडी कीता होए, तुसी नोटिस करो कि ਇਹ ਉਦਨ ਆ ਕੇ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਜਿੱਦਨ ਉਹ ਕੀ ਕਹਿੰਦੇ ਨੇ ਸੈਂਟੈਂਸ ਜਿਹੜਾ ਉਹ ਦੱਸ ਦਿੱਤਾ, ਉਹਦੇ ਬਾਅਦ ਕਿਹੜੇ ਤਰੀਕੇ ਨਾਲ ਇਹ ਕੇਸ ਚੱਲ ਰਿਹਾ, ਇਹਨਾਂ ਦੀ ਏਜੀ ਬ੍ਰਾਂਚ ਤੋਂ ਕੋਈ ਪ੍ਰੈਸ ਰਿਲੀਜ਼ ਨਹੀਂ ਆਇਆ, ਮੈਂ ਤੇ ਕੁਝ ਵੀ ਨਹੀਂ ਪੜਿਆ ਉਹਦੇ ਬਾਰੇ। ਇਹਦਾ ਮਤਲਬ ਇਹ ਇੰਟਰਸਟ ਹੀ ਨਹੀਂ ਸੀ ਲੈ ਰਹੇ, ਉਹ ਕੋਰਟ ਨੇ ਕਰ ਦਿੱਤਾ, ਉਹਨਾਂ ਨੂੰ ਸਜ਼ਾ ਦੇ ਦਿੱਤੀ ਤੇ ਇਹਨਾਂ ਨੇ ਉਹਦੇ ਉੱਤੇ ਪੂਰਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰ ਲਈ। ਮੈਂ ਇਹਨਾਂ ਨੂੰ ਹੁਣ ਵੀ ਕਹਿ ਰਿਹਾ ਕਿ ਸਹੀ ਤਰੀਕੇ ਨਾਲ 255AA ਨੂੰ ਲਗਾਉਣ ਵਾਸਤੇ ਇਹ ਆਪਣਾ ਜਿਹੜੀਆਂ ਲੀਗਲ ਫਾਰਮੈਲਿਟੀਜ਼ ਨੇ ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨ, ਤੇ ਲਿਵਿੰਗ ਗੁਰੂ ਦੇ ਹਿਸਾਬ ਦੇ ਨਾਲ 302 ਦੇ ਉੱਤੇ ਕਰਕੇ ਜਿਹੜੇ ਉਹ ਬੇਲ ਦੇ ਉੱਤੇ 3 ਬੰਦੇ ਬਾਹਰ ਗਏ ਨੇ ਉਹਨਾਂ ਨੂੰ ਫੇਰ ਦੁਬਾਰਾ ਫੜਿਆ ਜਾਏ, ਉਹਨਾਂ ਨੂੰ ਜੇਲ੍ਹ ਚ ਪਾਇਆ ਜਾਏ, ਤੇ ਬਾਕੀ ਜਿਹੜੀਆਂ ਚੀਜ਼ਾਂ ਨੇ ਇਨਵੈਸਟੀਗੇਸ਼ਨਸ ਨੇ ਉਹਨਾਂ ਨੂੰ ਥੋੜੀ ਜਿਹੀ ਤੇਜ਼ੀ ਦਿੱਤੀ ਜਾਏ। ਠੀਕ ਹੈ। ਦੇ ਵਿੱਚ ਅਗਰ ਗਵਰਨਮੈਂਟ ਕੋਈ ਇਹਨਾਂ ਦਾ ਹੈਲਪ ਕਰ ਸਕੇਗੀ, ਯੂਨੀਅਨ ਗਵਰਨਮੈਂਟ, ਤੇ ਯੂਨੀਅਨ ਗਵਰਨਮੈਂਟ ਬਿਲਕੁਲ ਖੜੀ ਹੈ ਇਹਨਾਂ ਦਾ ਹੈਲਪ ਕਰਨ ਵਾਸਤੇ, ਜੋ ਮਰਜ਼ੀ ਸਾਡੇ ਕੋਲੋਂ ਹੈਲਪ ਲੈ ਲਓ। ਚਲੋ ਮੈਂ ਆਉਣਾ ਸੀਗਾ ਅਹਿਬਾਬ ਗਰੇਵਾਲ ਤੁਹਾਡੇ ਕੋਲੇ, ਪਰ ਮੈਂ ਇੱਕ ਬ੍ਰੇਕ ਲਵਾਂਗਾ, ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ। ਆਖਰੀ ਹਿੱਸੇ ਵਿੱਚ ਅਸੀਂ ਹੋਵਾਂਗੇ ਸਜ਼ਾ ਤੇ ਸਿਆਸਤ ਕਿਉਂ, ਵਾਪਸ ਆ ਰਹੇ ਹਾਂ। ਫਿਰ ਤੋਂ ਸਵਾਗਤ ਕਰਦੇ ਹਾਂ। ਵੱਡਾ ਸਵਾਲ ਤੁਹਾਡੇ ਅੱਗੇ ਇਹ ਪਿਆ, ਮਲਕੇ ਬੇਅਦਬੀ ਮਾਮਲੇ 'ਚ ਅਦਾਲਤ ਦੇ ਫੈਸਲੇ ਤੇ ਸਿਆਸਤ ਕਿਉਂ ਤਪੀ। ਅਹਿਬਾਬ ਗਰੇਵਾਲ, ਸੈਂਟਰ ਨੂੰ ਕੋਈ ਰਿਮਾਈਂਡਰ ਭੇਜਣਾ ਚਾਹੀਦਾ 295AA ਤੇ? ਕੇਪੀ ਜੀ, ਇਸ ਦੇ ਵਿੱਚ ਅਮੈਂਡਮੈਂਟ ਹੋਈ ਨਹੀਂ, ਇਹਦੀ ਲੈਂਗੁਏਜ ਦੇ ਵਿੱਚ ਅਮੈਂਡਮੈਂਟ ਕਰਨੀ ਪਏਗੀ। ਫਿਲਹਾਲ ਸਾਡਾ ਫੋਕਸ ਜਿਹੜਾ ਉਹ ਸਿੰਪਲ ਤੇ ਸਿੰਪਲ ਇੱਕ ਹੈ ਕਿ ਜਿਹੜੇ ਬਾਕੀ ਦੇ ਕੇਸਿਸ ਨੇ ਤੇ ਇਹਨਾਂ ਕੇਸਿਸ ਦੇ ਵਿੱਚ ਜਿਹੜੀ ਲਾਰਜਰ ਕਨਸਪੀਰੇਸੀ ਸੀ ਉਹਨੂੰ ਫੜਿਆ ਜਾਵੇ, ਜਿਹੜਾ ਵੱਡਾ ਗੇਮ ਪਲਾਨ ਸੀ ਉਹਨੂੰ ਐਕਸਪੋਜ਼ ਕੀਤਾ ਜਾਵੇ, ਤਾਂ ਕਿ ਪੰਜਾਬ ਦੇ ਲੋਕਾਂ ਨੂੰ ਫਾਈਨੈਲਿਟੀ ਮਿਲੇ ਕਿ ਇਸ ਕੇਸ ਦੇ ਵਿੱਚ ਇਨਸਾਫ ਹੋਇਆ। ਗਰੇਵਾਲ ਸਾਹਿਬ ਤੁਸੀਂ ਬਹੁਤ ਵਧੀਆ ਆਰਗੂਮੈਂਟ ਰੱਖਦੇ ਹੋ, ਮੈਂ ਇਸ ਗੱਲ ਦਾ ਤੁਹਾਡਾ ਕਾਇਲ ਵੀ ਹਾਂ। ਗਰੇਵਾਲ ਸਾਹਿਬ, ਮੇਰਾ ਸਵਾਲ ਹੋਰ ਸੀਗਾ, ਮੈਂ ਕਹਿ ਰਿਹਾ ਸੀਗਾ ਕੋਈ ਰਿਮਾਈਂਡਰ ਭੇਜਣਾ ਚਾਹੀਦਾ ਸੈਂਟਰ ਨੂੰ ਜਾਂ ਨਹੀਂ, ਕੋਈ ਤੇ ਮਤਾ ਜਾਣਾ ਚਾਹੀਦਾ ਜਾਂ ਨਹੀਂ, ਜਾਂ ਆਮ ਆਦਮੀ ਪਾਰਟੀ, ਇੱਕ ਮਿੰਟ ਸੁਣ ਤਾਂ ਲਓ ਨਾ ਗਰੇਵਾਲ ਸਾਹਿਬ, ਜਾਂ ਆਮ ਆਦਮੀ ਪਾਰਟੀ ਦਾ ਸਟੈਂਡ ਹੈ 295AA ਤੇ ਕਾਂਗਰਸ ਤੇ ਬਾਕੀ ਸਾਰੀਆਂ ਪਾਰਟੀਆਂ ਨੇ ਸਿਆਸਤ ਕੀਤੀ, ਅਸੀਂ ਉਹ ਪੋਲਿਟਿਕਸ ਨਹੀਂ ਕਰਨੀ। ਗਰੇਵਾਲ ਸਾਹਿਬ, ਜਾਂ ਤਾਂ ਸਿੱਧਾ ਕਲੀਅਰ ਕਰ ਦਿਓ ਨਾ। ਸੁਣੋ, ਅਸੀਂ ਪਹਿਲੀ ਗੱਲ, ਜੇ ਅਸੀਂ ਰਿਮਾਈਂਡਰ ਵੀ ਭੇਜਾਂਗੇ ਉਹ ਵਾਪਸ ਕੀ ਲਿਖ ਕੇ ਭੇਜਣਗੇ ਕਿ ਭਾਈ ਇੱਕ ਧਰਮ ਦੀ ਨਹੀਂ ਹੋ ਸਕਦਾ, ਸਾਰੇ ਧਰਮਾਂ ਲਈ ਕਰੋ, ਉਹ ਤਾਂ ਸਿਆਸਤ ਕੀਤੀ। ਫਿਰ ਤੁਸੀਂ ਸਟੈਂਡ ਦੱਸੋ ਨਾ, ਉਹਦਾ ਸਟੈਂਡ ਦੱਸੋ ਨਾ ਗਰੇਵਾਲ ਸਾਹਿਬ, 295AA ਦੇ ਖਿਲਾਫ ਹੋ ਤੁਸੀਂ? ਸੁਣ ਲਓ, ਸਾਡਾ ਸਟੈਂਡ ਇਹ ਹੈ ਕਿ ਜਿਹੜੇ ਵੀ ਕੋਈ ਬੰਦੇ ਕਿਸੇ ਵੀ ਧਰਮ ਦੀ ਬੇਅਦਬੀ ਕਰਦੇ ਆ ਉਹਨਾਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਅਕੋਰਡਿੰਗ ਟੂ ਦ ਲਾਅ, ਕਿਉਂਕਿ ਫਾਈਨੈਲਿਟੀ ਲਾਅ ਸੈਂਟਰ ਨੇ ਬਣਾਉਣੀਆਂ ਨੇ। ਅਕੋਰਡਿੰਗ ਟੂ ਦ ਲਾਅ ਪੂਰੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਤੁਹਾਡੀ ਗੱਲ ਮੈਂ ਸਮਝ ਗਿਆ ਗਰੇਵਾਲ ਸਾਹਿਬ, ਬਿਲਕੁਲ ਤੁਹਾਨੂੰ ਇਹ ਗੱਲ ਕਹਿਣੀ ਚਾਹੀਦੀ ਹੈ। ਕੋਈ ਵੀ ਪੋਲੀਟੀਕਲ ਪਾਰਟੀ ਹੋਵੇ ਤੁਹਾਡੇ ਵਾਂਗੂ ਸਟੈਂਡ ਲਊਗੀ, ਪਰ 295AA ਤੇ ਤੁਹਾਡਾ ਸਟੈਂਡ ਕੀ ਹੈ? ਉਹ ਮੈਨੂੰ ਕਹਿ ਤਾਂ ਰਿਹਾ, ਮੈਂ ਕਹੀ ਤਾਂ ਜਾ ਰਿਹਾ ਸਰ, ਮੈਂ ਕਹੀ ਤਾਂ ਜਾ ਰਿਹਾ ਜਿਸ ਤਰ੍ਹਾਂ ਦਾ ਅੱਜ ਦੇਸ਼ 'ਚ ਮਾਹੌਲ ਹੈ, ਅਸੀਂ ਵੈਰੀ ਕਲੀਅਰਲੀ ਬਲਾਸਫੇਮੀ ਲਈ, ਸਪੈਸ਼ਲੀ ਰਿਲੀਜੀਅਸ ਕੀ ਕਹਿੰਦੇ ਆ ਬਲਾਸਫੇਮੀ ਲਈ ਅਸੀਂ ਬਿਲਕੁਲ ਹੱਕ 'ਚ ਇੱਕ ਸਟਰੋਂਗ ਲਾਅ ਹੋਣੀ ਚਾਹੀਦੀ ਹੈ। ਪਰ ਹੈਵਿੰਗ ਸੈਡ ਦੈਟ, ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ, ਜੇ ਇਹ ਕੇਸਿਸ ਦੀ ਚੱਜ ਨਾਲ ਇਨਵੈਸਟੀਗੇਸ਼ਨ ਹੋਵੇ, 120 ਵੀ ਲਾਈ ਜਾਵੇ, ਹੋਰ ਦਫਾਵਾਂ ਲਾਈਆਂ ਜਾਣ ਜਿਹਦੇ ਵਿੱਚ ਇਹ ਦਿਖਾਇਆ ਜਾਵੇ ਕਿ ਕ੍ਰਿਮੀਨਲ ਕਨਸਪੀਰੇਸੀ ਕਰਕੇ ਜਿਸ ਤਰ੍ਹਾਂ ਆਪਣੇ ਫਾਇਦੇ ਚੱਕਣ ਦੀ ਕੋਸ਼ਿਸ਼ ਕੀਤੀ ਹੈ, ਜੇ ਮਾਸਟਰਮਾਈਂਡ ਫੜੇ ਜਾਣਗੇ ਇਹ ਚੀਜ਼ਾਂ ਵੀ ਬੰਦ ਹੋਣਗੀਆਂ। ਮਾਸਟਰਮਾਈਂਡ ਫੜਨ ਦੀ ਲੋੜ ਹੈ, ਉਹਨਾਂ ਨੂੰ ਫੜਨ ਤੇ ਅਸੀਂ ਮਚਨਬੱਧ ਹਾਂ, ਇਹ ਕਰਕੇ ਦਿਖਾ। ਡੇਰਾ ਮੁਖੀ ਨੂੰ ਵੀ ਫੜਨਾ ਚਾਹੀਦਾ, ਆਮ ਆਦਮੀ ਪਾਰਟੀ ਦਾ ਕੀ ਟੇਕ ਹੈ? ਸਰ, ਜਿਹੜਾ ਵੀ ਕੋਈ ਡੇਰਾ ਮੁਖੀ ਛੱਡੋ, ਜਿਹੜਾ ਵੀ ਕੋਈ ਦੋਸ਼ੀ ਹੋਵੇ, ਬੀਬਾ ਜੀ ਕਹਿੰਦੇ ਬਾਦਲ ਸਾਹਿਬ ਉਹਨਾਂ ਨੂੰ ਕਲੀਨ ਚਿਟ ਦੇਤੀ, ਥੋੜੇ ਜਿਹੇ ਸਬੂਤ ਜੇ ਆ ਗਏ, ਬਖਸ਼ਣਾ ਕਿਸੇ ਨੂੰ ਵੀ ਨਹੀਂ। ਇਹ ਵੀ ਮੈਂ ਤੁਹਾਨੂੰ ਦੱਸ ਦਿੰਦਾ, ਕਿਸੇ ਨੂੰ ਨਹੀਂ ਬਖਸ਼ਣਾ ਜਿਹੜਾ ਇਨਵੋਲਡ ਹੋਊਗਾ। ਐਵੇਂ ਕਿਸੇ ਦਾ ਨਾਮ ਲੈ ਕੇ ਚੀਕਾਂ ਨਹੀਂ ਮਾਰਨੀਆਂ। ਚਲੋ, ਇਹ ਨਾਮ ਲੈਣਾ ਵੈਸੇ ਔਖਾ ਵੀ ਹੈ, ਵੋਟਾਂ ਟੁੱਟ ਜਾਂਦੀਆਂ ਗਰੇਵਾਲ ਸਾਹਿਬ ਜੇ ਨਾਮ ਲਿਆ ਵੀ ਦਿੱਤਾ ਜਾਵੇ ਤਾਂ। ਮੈਂ ਤੁਹਾਨੂੰ ਪਤਾ, ਮੈਂ ਕਦੇ ਪਰਵਾਹ ਕੀਤੀ ਹੈ ਜੀ। ਚਲੋ ਠੀਕ ਹੈ। ਹਾਂ ਮਿਸਟਰ ਖੜਿਆਲ, ਉਹ ਕਹਿੰਦੇ ਜਿਹੜਾ ਵੀ ਕਨਸਪੀਰੇਟਰ ਹੈ, ਚਾਹੇ ਉਹ ਡੇਰਾ ਮੁਖੀ ਹੋਵੇ ਚਾਹੇ ਜਿਹੜਾ ਮਰਜ਼ੀ ਹੋਵੇ, ਕਿਸੇ ਨੂੰ ਨਹੀਂ ਬਖਸ਼ਾਂਗੇ। ਮਿਸਟਰ ਖੜਿਆਲ, ਸਰਕਾਰ ਇਸ ਤੋਂ ਬਾਅਦ ਹੋਰ ਕੀ ਕਹਿ ਦੇਵੇ? ਨੰਬਰ 1 ਜਿਹੜੀ ਰਿਪੋਰਟ ਇਹਨਾਂ ਨੇ ਦਿੱਤੀ, ਮੈਨੂੰ ਕਾਈਂਡਲੀ 60 ਸੈਕਿੰਡ ਅਨਇੰਟਰਪਟਡ ਦੇ ਦਿਓ, ਬੜੇ ਇੰਪੋਰਟੈਂਟ। ਲਓ ਪਲੀਜ਼। ਹਾਲੀ ਦੇ ਵਿੱਚ ਰਿਪੋਰਟ ਦਿੱਤੀ ਹੈ ਸਿਟ ਨੇ, ਉਹ ਜ਼ਿਆਦਾ ਤਾਂ ਆਲੋਚਨਾ ਹੀ ਕਰਦੀ ਹੈ ਸੀਬੀਆਈ ਦੀ, ਵੀ ਸੀਬੀਆਈ ਨੇ ਆ ਨਹੀਂ ਕੀਤਾ ਜੀ, ਆ ਗਲਤੀ ਸੀ ਜੀ, ਆ ਉਹ ਵੱਲੋਂ ਕਰਤਾ। ਨਥਿੰਗ ਇੰਪੋਰਟੈਂਟ, ਨਥਿੰਗ ਸਿਗਨੀਫੀਕੈਂਟ ਹੈਜ਼ ਬੀਨ ਸੁਜੈਸਟਡ ਇਨ ਇਟ, ਨੰਬਰ 1। ਨੰਬਰ 2,
ਸ਼੍ਰੋਮਣੀ ਅਕਾਲੀ ਦਲ ਤੇ ਪਹਿਲਾਂ ਆਉਂਗਾ, ਫਿਰ ਆਮ ਆਦਮੀ ਪਾਰਟੀ ਤੇ। ਸ਼੍ਰੋਮਣੀ ਅਕਾਲੀ ਦਲ ਨੇ ਜਦੋਂ ਸੀਬੀਆਈ ਨੂੰ ਇਨਕੁਆਇਰੀ ਸੌਂਪੀ, ਉਹ ਕਨਫਲਿਕਟ ਆਫ ਇੰਟਰਸਟ ਦੇ ਅੰਡਰ ਕਵਰ ਹੁੰਦਾ ਹੈ, ਨੈਚੁਰਲ ਪ੍ਰਿੰਸੀਪਲ ਆਫ ਨੈਚੁਰਲ ਜਸਟਿਸ ਦੇ ਤਹਿਤ। ਯੂ ਕੈਨੋਟ ਬੀ ਅ ਜੱਜ ਇਨ ਯੋਰ ਓਨ ਕੇਸ। ਬੀਜੇਪੀ ਅਲਾਈਅੰਸ ਪਾਰਟਨਰ ਹੈ, ਬੀਜੇਪੀ ਦੇ ਅੰਡਰ ਸੀਬੀਆਈ ਇੱਕ ਸੈਂਟਰਲ ਏਜੰਸੀ ਹੈ, ਤੇ ਉਹੀ ਜੇ ਇਨਵੈਸਟੀਗੇਟ ਕਰੂਗੀ ਤੇ ਤੁਸੀਂ ਵੀ ਰਡਾਰ ਤੇ ਸੀਗੇ, ਤੁਹਾਡੇ ਲੀਡਰਸ ਰਡਾਰ ਤੇ ਸੀਗੇ, ਉਹ ਤਾਂ ਕਨਫਲਿਕਟ ਆਫ ਇੰਟਰਸਟ ਹੋ ਗਿਆ। ਸੋ ਬਹੁਤ ਕੁਐਸਚਨੇਬਲ ਸੀ। ਗੱਲ ਨੰਬਰ 2 ਆਮ ਆਦਮੀ ਪਾਰਟੀ ਦੀ, ਮੈਂ ਇਹਨਾਂ ਨੂੰ ਗਰੇਵਾਲ ਸਾਹਿਬ ਨੇ ਇੱਕ ਜਿਹੜੀ ਆਰਗੂਮੈਂਟ ਦਿੱਤੀ ਨਾ, ਕਾਊਂਟਰ ਕੀਤਾ। ਕਹਿੰਦੇ ਮੈਂ ਜਦੋਂ ਕਿਹਾ ਸੀ ਵੀ ਚਾਰਜ ਆਲਟਰ ਕਰਨ ਦੀ ਐਪਲੀਕੇਸ਼ਨ ਮੂਵ ਕਰ ਦਿੰਦੇ, ਚਾਰਜ 302 ਦਾ ਲਵਾ ਦਿੰਦੇ, ਕਹਿੰਦੇ ਵੀ ਇਹਨਾਂ ਨੇ ਨਹੀਂ ਕੀਤਾ ਜੀ, ਕਿਸੇ ਕਾਰਨ ਕਰਕੇ ਨਹੀਂ ਕੀਤਾ ਹੋਣਾ, ਤਾਂ ਅਸੀਂ ਨਹੀਂ ਕੀਤਾ। ਸਾਡਾ ਪਲਾਨ ਸੀਗਾ ਕਿ ਅਸੀਂ ਬਿਫੋਰ ਆਰਗੂਮੈਂਟਸ ਇਹ ਐਪਲੀਕੇਸ਼ਨ ਮੂਵ ਕਰਾਂਗੇ, ਤਾਂ ਕਿ ਮੋਰ significant amount of pressure, more significant amount of ਇਹਦਾ fruition ਦੇ chances ਹੁੰਦੇ। ਉਹ ਕਿਉਂਕਿ ਆਮ ਆਦਮੀ ਪਾਰਟੀ ਦੇ ਵਲੇ ਹੋਇਆ, ਇਹਨਾਂ ਨੇ ਐਪਲੀਕੇਸ਼ਨ ਮੂਵ ਹੀ ਨਹੀਂ ਕੀਤੀ। ਉਹ ਕੇਸ ਲਟਕਦਾ। ਤੇ ਨੰਬਰ 3 ਸੁਣ ਲਓ, ਕਾਈਂਡਲੀ ਸੁਣ ਲਓ। ਹੁਣ ਕਿਉਂਕਿ 4 ਮਹੀਨੇ ਸੀਗੇ, ਇਹ ਐਪਲੀਕੇਸ਼ਨ 4 ਮਹੀਨਿਆਂ 'ਚ ਕਦੇ ਵੀ ਮੂਵ ਕਰ ਸਕਦੇ ਸੀ, ਲੇਕਿਨ ਆਮ ਆਦਮੀ ਪਾਰਟੀ ਨੇ ਕੀ ਕੀਤਾ, ਉਹ ਹੁਣ ਵੀ। ਪਲੀਜ਼ ਫੋਨ ਬੰਦ ਕਰ ਲਓ, ਪਲੀਜ਼ ਫੋਨ ਬੰਦ ਕਰ ਲਓ। ਹਾਂ ਮਿਸਟਰ ਖੜਿਆਲ, ਮੈਂ ਇੱਕ ਮਿੰਟ ਕਰਨਾ ਜੈਵਲ ਸਿੰਘ ਤੁਹਾਡੇ ਤੋਂ ਟੇਕ ਲੈ ਰਿਹਾ, ਮੈਂ ਸਮਝ ਗਿਆ, ਟੇਕ ਲੈ ਰਿਹਾ ਤੁਹਾਡਾ, ਮੈਂ ਟੇਕ ਲੈ ਰਿਹਾ ਕਰਨਾ ਜੈਵਲ ਸਿੰਘ, ਲਾਸਟ ਟੇਕ ਲੈ ਰਿਹਾ ਤੁਹਾਡਾ ਪਲੀਜ਼। ਹਾਂ, ਸੋ ਬੇਸਿਕਲੀ ਆਮ ਆਦਮੀ ਪਾਰਟੀ ਇਹਦੀ ਕੋਸ਼ਿਸ਼ ਤਾਂ ਕਰਦੀ, ਇੱਕ ਐਪਲੀਕੇਸ਼ਨ ਨਾ ਮੂਵ ਕਰਦੀ, ਨਾ ਬੰਦਾ ਕੁਝ ਨਾ ਬੰਦਾ। ਮੈਂ ਕਹਿੰਦਾ ਵੀ ਬੜਾ ਅੰਡਰਸਟੂਡ ਇਟ। 2018 ਦੇ ਵਿੱਚ ਜਦੋਂ ਕੇਪੀਜੀ ਅਸੀਂ ਅਮੈਂਡਮੈਂਟ ਮੂਵ ਕੀਤੀ ਵੀ 295 ਹੋਣਾ ਚਾਹੀਦਾ ਹੈ, ਅੱਜ ਤੱਕ ਗੂੰਜਦੀ ਹੈ ਨਾ ਗੱਲ, ਇਹ ਡਿਬੇਟ ਦੇ ਵਿੱਚ ਵੀ ਗੂੰਜ ਰਹੀ ਹੈ ਨਾ। ਇਹਨਾਂ ਨੇ ਤਾਂ ਕੋਸ਼ਿਸ਼ ਨਹੀਂ ਕੀਤੀ। ਤੇ ਦੂਜੀ ਗੱਲ, ਇਹ ਕਹਿੰਦੇ ਮਤਾ ਪਾਸ ਕਰਕੇ ਕੁਝ ਨਹੀਂ ਹੁੰਦਾ, ਕੁਝ ਨਹੀਂ ਹੁੰਦਾ ਸੈਂਟਰ ਗਵਰਨਮੈਂਟ ਨੂੰ। ਫੇਰ ਤੁਸੀਂ ਮਤਾ ਕਿਉਂ ਪਾਸ ਕੀਤਾ ਹਾਲ ਹੀ ਦੇ ਵਿੱਚ? ਚੀਜ਼ 2 ਮਤੇ ਪਾਸ ਕੀਤੇ ਆ ਤੁਸੀਂ, ਉਹ ਕਿਉਂ ਕੀਤਾ? ਉਹਦਾ ਤਾਂ ਬੰਨਾ ਕੁਝ ਨਹੀਂ। ਮੈਂ ਵਾਪਸ ਆਇਆ ਨਾ, ਲਾਸਟ ਆਰਗੂਮੈਂਟ ਲੈਣਾ ਪਲੀਜ਼ ਇੱਕ ਮਿੰਟ ਕਰਨਾ ਜੈਵਲ ਸਿੰਘ। ਵਿਧਾਨ ਸਭਾ ਦੇ ਵਿੱਚ ਮੈਂ ਇੱਕ ਮਿੰਟ ਪਲੀਜ਼ ਕਰਨਾ ਜੈਵਲ ਸਿੰਘ ਟੇਕ ਲੈ ਲੈਣ ਦਿਓ ਮੈਨੂੰ ਪਲੀਜ਼। ਕਰਨਾ ਜੈਵਲ ਸਿੰਘ, 295 ਤੇ ਬੀਜੇਪੀ ਦਾ ਸਟੈਂਡ ਕੀ ਹੈ? ਮੈਂ ਪਹਿਲਾਂ ਵੀ ਸਵਾਲ ਕੀਤਾ ਸੀ, ਦੁਬਾਰਾ ਫਿਰ ਕਰਦਾ ਪਿਆ, ਕਿਉਂਕਿ ਸਾਰਾ ਹੀ ਡਿਬੇਟ ਇੱਥੇ ਆ ਕਿ ਰੁਕੀ ਹੋਈ ਹੈ। ਕਾਂਗਰਸ ਨੇ ਜਿਹੜਾ ਮੂਵ ਕੀਤਾ ਸੀ, ਕਾਂਗਰਸ ਨੇ ਪਿਓਰਲੀ ਪੋਲਿਟਿਕਸ ਕੀਤੀ, ਜਾਂ ਕਾਂਗਰਸ ਨੇ ਸਿਰਫ ਆਪਦੇ ਗਲੋਂ ਲਾਤਾ ਕਿ ਹੁਣ ਸਾਨੂੰ ਲੋਕ ਸਵਾਲ ਨਹੀਂ ਕਰਨਗੇ, ਅਸੀਂ ਤਾਂ ਆਹ ਮੂਵਮੈਂਟ ਕਰਤੀ ਹੈ, ਅਸੀਂ ਆਹ ਮੂਵ ਕਰਤਾ, ਬਿੱਲ ਕਰਤਾ, ਪਰ ਚੱਕਰ ਸਜ਼ਾ ਨਹੀਂ ਹੋਈ। ਬੇਅਦਬੀ ਦੇ ਮਾਮਲੇ ਵਿੱਚ ਸਜ਼ਾਵਾਂ ਨਹੀਂ ਹੋ ਸਕੀਆਂ ਗਈਆਂ ਕਾਂਗਰਸ ਸਰਕਾਰ ਵੇਲੇ ਵੀ। ਕਰਨਾ ਜੈਵਲ ਸਿੰਘ, देखो जी, सब तो पहले तो बिल्कुल सामने नजर आता है ਜਿਹੜੇ ਪੋਲਿਟਿਕਸ ਖੜਿਆਲ ਸਾਹਿਬ ਨੇ ਕਹਿਤਾ ਹੈ ਕਿ ਅਗਰ ਕੋਈ ਇਨਵੈਸਟੀਗੇਸ਼ਨ ਏਜੰਸੀ ਉਸ ਟਾਈਮ ਦੀ ਇਨਕੰਬੈਂਟ ਗਵਰਨਮੈਂਟ ਨੇ ਲਗਾਈ ਹੈ ਤੇ ਪੁਲਿਸ ਜਿਹੜੀ ਹੈ ਆਟੋਨੋਮਸ ਬੋਡੀ ਹੈ, ਪਰ ਉਹਦੇ ਉੱਤੇ ਵੀ ਸ਼ੱਕ ਕਰਨਾ, ਫਿਰ ਸੀਬੀਆਈ ਦੇ ਉੱਤੇ ਵੀ ਸ਼ੱਕ ਕਰਨਾ, ਇਹ ਪੋਲਿਟਿਕਸ ਨੇ। ਤੁਸੀਂ ਕਿਸੇ ਵੀ ਏਜੰਸੀ ਨੂੰ ਅਗਰ ਉਹ ਕੰਮ ਨਹੀਂ ਕਰ ਰਹੀ ਹੈ, ਉਹਦੇ ਕੰਮ ਸ਼ੁਰੂ ਕਰਨ ਤੋਂ ਪਹਿਲੇ ਹੀ ਉਹਦੇ ਪਿੱਛੇ ਪੈ ਜਾਓ, ਦੈਟ ਇਜ਼ ਨਾਟ ਰਾਈਟ। ਐਸ ਫਾਰ ਐਸ 255 ਇਜ਼ ਕੰਸਰਨਡ, ਉਹ ਗਰੇਵਾਲ ਸਾਹਿਬ ਨੇ ਵੀ ਕਹਿਤਾ ਕਿ ਦੇਰ ਆਰ ਸਰਟਨ ਲੀਗੈਲਿਟੀਜ਼ ਇਨਵੋਲਵਡ in that, and ਇੱਕ ਨੈਸ਼ਨਲ ਕੰਸੈਂਸਸ ਉਹਦੇ ਉੱਤੇ ਬਣਾਉਣਾ ਬਹੁਤ ਜ਼ਰੂਰੀ ਹੈ। ਤੇ ਹੁਣ ਜਦੋਂ ਇਹ ਗੱਲ ਉੱਤੇ ਉੱਭਰ ਹੀ ਰਹੀ ਹੈ, ਤੇ ਆਈ ਐਮ ਸ਼ੋਰ ਦ ਹੋਲ ਕੰਟਰੀ, ਪੂਰਾ ਜਿਹੜਾ ਨੇਸ਼ਨ ਹੈ, ਤੇ ਜਿਹੜੇ ਸਭ ਤੋਂ ਟੌਪ ਲੀਗਲ ਮਾਈਂਡਸ ਨੇ, ਉਹਦੇ ਉੱਤੇ ਡਿਬੇਟ ਕਰਨਗੇ, ਚਿੰਤਨ ਕਰਨਗੇ, ਤੇ ਕੋਈ ਤਰੀਕਾ ਕੱਢਣਗੇ ਤਾਂ ਕਿ ਸਾਰੀ ਜਿੰਨੀਆਂ ਰਿਲੀਜਨਸ ਨੇ ਸਭ ਨੂੰ ਇਹਦੇ ਵਿੱਚ ਬੈਨੀਫਿਟ ਹੋਏ, ਸਪੈਸ਼ਲੀ ਮਾਈਨੋਰਿਟੀਜ਼ ਨੂੰ ਬੈਨੀਫਿਟ ਹੋਏ। ਤੁਹਾਨੂੰ ਲੱਗਦਾ ਨਹੀਂ ਕਿ ਕਰਨ ਜੈਵਲ ਸਿੰਘ ਮਿਨੋਰਿਟੀ ਨੂੰ ਇਸ ਕਾਨੂੰਨ ਦੇ ਤਹਿਤ ਉਸ ਕਾਨੂੰਨ ਦਾ ਮਿਸਯੂਜ਼ ਵੀ ਕੀਤਾ ਜਾ ਸਕਦਾ ਮਿਨੋਰਿਟੀ ਦੇ ਉੱਪਰ? ਕਰਨਾ ਜੈਵਲ ਸਿੰਘ, ਤੁਹਾਨੂੰ ਇਹ ਲੱਗਦਾ ਜਾਂ ਨਹੀਂ? ਹਾਂ ਹੈ ਨਾ ਜੀ, ਇਸੇ ਵਾਸਤੇ ਤੇ ਉਹਨੂੰ ਐਡੀ ਛੇਤੀ ਕੀਤਾ ਨਹੀਂ ਜਾ ਸਕਦਾ। ਇੱਕ ਨੈਸ਼ਨਲ ਡਿਬੇਟ ਤੇ ਜਿਹੜੇ ਬੈਸਟ ਲੀਗਲ ਮਾਈਂਡਸ ਨੇ ਨੇਸ਼ਨ ਦੇ, ਉਹਨਾਂ ਨੂੰ ਬਹਿ ਕੇ ਤੇ ਕੋਈ ਵਾਇਆ ਮੀਡੀਆ ਢੂੰਡਣਾ ਪਏਗਾ। ਆਈ ਡੂ ਨਾਟ ਥਿੰਕ ਵੀ ਆਰ ਕੰਪੀਟੈਂਟ ਟੂ ਕਮੈਂਟ ਔਨ ਇਟ। ਬਿਲਕੁਲ ਕਰਨਾ ਜੈਵਲ ਸਿੰਘ, ਤੁਹਾਡਾ ਬਹੁਤ ਧੰਨਵਾਦ, ਤੁਸੀਂ ਵਕਤ ਦਿੱਤਾ। ਡਾਕਟਰ ਜਸਵਿੰਦਰ ਕੌਰ, ਲਾਸਟ ਸਵਾਲ ਤੁਹਾਨੂੰ ਮੈਂ ਕਰਨਾ ਚਾਹ ਰਿਹਾ, ਕਿਉਂ ਇਹ ਲੱਗਦਾ ਪਿਆ ਕਿ ਤੁਸੀਂ ਆਪਦੇ ਆਪ ਨੂੰ ਬਰਗਾੜੀ ਮਾਮਲੇ ਦੇ ਵਿੱਚ, ਇਸ ਮੋਗਾ ਮਲਕੇ ਵਾਲੇ ਕੇਸ ਦੇ ਵਿੱਚ ਆਪਦੇ ਆਪ ਨੂੰ ਛੁਪਾਉਣਾ ਚਾਹ ਰਹੇ ਹੋ ਕਿ ਅਸੀਂ SIT ਬਣਾਈ, ਇਹ ਫੈਸਲਾ ਆ ਗਿਆ, ਤੇ ਉਸ ਮਾਮਲੇ ਵਿੱਚ ਵੀ ਸਾਡੀ ਜਿਹੜੀ ਕੋਸ਼ਿਸ਼ਾਂ ਸੀਗੀਆਂ ਉਹੀ ਸਫਲ ਹੋਣਗੀਆਂ, ਇਹਨਾਂ ਸਰਕਾਰਾਂ ਨੇ ਸਿਰਫ ਪੋਲਿਟਿਕਸ ਕੀਤੀ ਹੈ? ਕਿਉਂ ਤੁਸੀਂ ਆਪਦੇ ਆਪ ਨੂੰ ਇਸ ਦੇ ਪਿੱਛੇ ਰੱਖ ਕੇ ਦੇਖ ਰਹੇ ਹੋ? ਡਾਕਟਰ ਜਸਵਿੰਦਰ ਕੌਰ। ਬਿਲਕੁਲ ਜੀ, ਅਸੀਂ ਸਾਫ਼-ਸਾਫ਼ ਹੀ ਇਹੀ ਕਹਿ ਰਹੇ ਹਾਂ ਕਿ ਜੋ ਵੀ ਹੈ ਇਹਨਾਂ ਵਿਰੋਧੀ ਧਿਰਾਂ ਨੇ ਇਹ ਸਿਰਫ ਇੱਕ ਏਜੰਡਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਆ ਕੇ ਉਸੇ ਨੂੰ ਮੁੱਦਾ ਬਣਾ ਕੇ ਸਿਰਫ ਇੱਕ ਵੋਟਾਂ ਬਟੋਰਨ ਦਾ ਜ਼ਰੀਆ ਬਣਾਇਆ, ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਬਹੁਤ ਸੈਂਸਿਟਿਵ ਇਸ਼ੂ ਹੈ, ਪੂਰੇ ਸਿੱਖ ਜਗਤ ਲਈ ਬੜਾ ਸੈਂਸਿਟਿਵ ਇਸ਼ੂ ਹੈ। ਜਿਵੇਂ ਹੁਣ ਇਹ ਗਰੇਵਾਲ ਸਾਹਿਬ ਕਹਿ ਰਹੇ ਸੀ ਕਿ ਅਸੀਂ ਇਹਨਾਂ ਨੂੰ ਕਲੀਨ ਚਿੱਟ ਕਿਵੇਂ ਦਿੱਤੀ ਹੈ। ਤੁਸੀਂ ਕਲੀਨ ਚਿੱਟ ਨਹੀਂ ਦਿੱਤੀ ਤਾਂ ਸਾਨੂੰ ਦੱਸ ਦਿਓ ਜੀ ਇਹ ਕੀ ਕੀਤਾ ਹੈ, ਕਿਉਂਕਿ 7 ਸਾਲ ਹੋ ਗਏ ਲਗਾਤਾਰ ਕਾਂਗਰਸ ਦੀ ਸਰਕਾਰ, ਤੁਹਾਡੀ ਵੀ ਹੁਣ ਆ ਗਈ ਹੈ,
ਕਾਂਗਰਸ ਨੇ ਵੀ ਆਪਣੀ ਮਰਜ਼ੀ ਨਾਲ ਇਨਕੁਆਇਰੀਜ਼ ਬਿਠਾਈਆਂ, ਉਹਨਾਂ ਬੰਦਿਆਂ ਕੋ ਇਨਕੁਆਇਰੀਜ਼ ਕਰਵਾਈਆਂ ਜਿਹੜੇ ਢਿੱਡੋਂ ਸ਼੍ਰੋਮਣੀ ਅਕਾਲੀ ਦਲ ਦੇ ਵੈਰੀ ਸੀ, ਚਾਹੇ ਜਸਟਿਸ ਰਣਜੀਤ ਸਿੰਘ, ਚਾਹੇ ਵਿਜੇ ਕੁਮਾਰ ਪ੍ਰਤਾਪ ਜਾਂ ਤੁਹਾਡੇ ਹੋਰ ਵੀ, ਤੇ ਉਹਨਾਂ ਦੀ ਇਨਕੁਆਇਰੀਜ਼ 'ਚ ਵੀ ਅੱਜ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਕੋਈ ਸਬੂਤ ਨਹੀਂ ਤੁਸੀਂ ਜੁਟਾ ਪਾਏ। ਫਿਰ ਹਾਈ ਕੋਰਟ ਤੋਂ ਵਿਜੇ ਕੁਮਾਰ ਪ੍ਰਤਾਪ ਜੀ ਨੂੰ ਡਾਂਟ ਫਟਕਾਰ ਵੀ ਪੈਂਦੀ ਹੈ ਕਿ ਤੁਸੀਂ ਇਸ ਲੈਵਲ ਤੇ ਆ ਕੇ ਆਪਣੇ ਪਰਸਨਲ ਰੰਜਿਸ਼ ਦੇ ਲਈ ਤੁਸੀਂ ਕਿਸੇ ਪਾਰਟੀ ਨੂੰ ਨੀਵਾਂ ਦਿਖਾਓਗੇ, ਤੇ ਕਿੱਥੇ ਮੈਨੂੰ ਨਹੀਂ ਲੱਗਦਾ ਕਿ ਇਹ ਤੇ ਬੜੀ ਸ਼ਰਮ ਦੀ ਗੱਲ ਹੈ ਜੇ ਅਸੀਂ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਬਾਰ-ਬਾਰ ਇੱਕ ਸਿਆਸਤ ਦੇ ਲਈ ਉਹਨਾਂ ਨੂੰ ਯੂਜ਼ ਕੀਤਾ ਜਾ ਰਿਹਾ। ਅਸੀਂ ਤਾਂ ਖੁਦ ਕਹਿੰਦੇ ਆ ਕਿ ਜਿਹੜੇ ਅਸਲ ਦੋਸ਼ੀ ਸਾਹਮਣੇ ਆਉਣੇ ਚਾਹੀਦੇ। ਕਾਂਗਰਸ ਕੁਝ ਨਹੀਂ ਕਰ ਸਕੀ 5 ਸਾਲ, ਹੁਣ ਤੁਸੀਂ ਚਲੋ ਸਟਾਰਟ ਕੀਤਾ, ਹੁਣ ਤੁਹਾਡਾ ਵੀ ਦੇਖਦੇ ਆ ਕਿ ਅਸਲ ਦੋਸ਼ੀ ਤੁਸੀਂ ਕਿੱਦਾਂ ਲਿਆਂਦੇ ਹੋ। ਜਦ ਤੱਕ ਅਸਲ ਦੋਸ਼ੀ ਸਾਹਮਣੇ ਨਹੀਂ ਆਂਦੇ, ਬਾਦਲ ਸਰਕਾਰ ਨੂੰ ਵੀ ਟਾਰਗੇਟ ਕਰਨ ਦਾ ਕੋਈ ਮਤਲਬ ਨਹੀਂ ਬਣਦਾ। ਸ਼੍ਰੋਮਣੀ ਅਕਾਲੀ ਦਲ ਹਾਲੇ ਤੱਕ ਕੋਈ ਵੀ ਦੋਸ਼ ਉਹਨਾਂ ਤੇ ਸਾਬਿਤ ਨਹੀਂ ਹੋਏ, ਤੇ ਇਹਦੇ ਵਿੱਚ ਆਪਣੇ ਆਪ ਦੇ ਬਚਾਅ ਕਰਨ ਵਾਲੀ ਕੇਪੀ ਜੀ ਕੋਈ ਗੱਲ ਨਹੀਂ। ਚਲੋ ਡਾਕਟਰ ਜਸਵਿੰਦਰ ਕੌਰ ਤੁਹਾਡੀ ਗੱਲ ਮੈਂ ਮੰਨ ਲਈ, ਤੁਹਾਡੀ ਗੱਲ ਮੈਂ ਮੰਨ ਲਈ, ਡਾਕਟਰ ਜਸਵਿੰਦਰ ਕੌਰ ਤੁਹਾਡੀ ਗੱਲ ਮੈਂ ਮੰਨ ਲਈ ਵੀ ਅਕਾਲੀ ਦਲ ਤੇ ਕੋਈ ਦੋਸ਼ ਸਾਬਤ ਨਹੀਂ ਹੋਇਆਗਾ। ਜਨਤਾ ਦੀ ਕਚਹਿਰੀ ਵਿੱਚ ਫਿਰ ਤੁਸੀਂ ਨਕਾਰੇ ਕਿਉਂ ਜਾ ਰਹੇ ਹੋ ਜੀ? ਜਨਤਾ ਦੀ ਇਨਕੁਆਇਰੀ ਵਿੱਚ ਮੈਂ ਤੁਹਾਨੂੰ ਜਿਵੇਂ ਪਹਿਲੇ ਕਿਹਾ ਕਿ ਕਈ ਵਾਰੀ ਝੂਠ ਨੂੰ ਨਾ ਇੰਨੇ ਵਧੀਆ ਤਰੀਕੇ ਨਾਲ ਪ੍ਰੈਜ਼ੈਂਟ ਕੀਤਾ ਜਾਂਦਾ ਕਿ ਜਿਹੜੀ ਸਾਡੀ ਭੋਲੀ ਭਾਲੀ ਜਨਤਾ ਨਾ ਗੱਲਾਂ 'ਚ ਆ ਜਾਂਦੇ ਹੈ, ਤੇ ਲੋਕਾਂ ਨੂੰ ਇਹਨਾਂ ਨੇ ਉਹਨਾਂ ਦੇ ਨਹੀਂ, ਤੁਸੀਂ ਲੋਕਾਂ ਦੇ ਮੈਂਡੇਟ ਦਾ ਅਪਮਾਨ ਕਰਦੇ ਪਏ ਹੋ। ਲੋਕਾਂ ਨੇ ਜਿਹੜੇ ਫਤਵੇ ਦਿੱਤੇ ਉਹਨਾਂ ਦਾ ਅਪਮਾਨ ਕਰਦੇ ਪਏ ਤੁਸੀਂ। 100 ਸਾਲ ਪੁਰਾਣੀ ਪਾਰਟੀ ਆ, ਤੀਜੇ ਨੰਬਰ ਤੇ ਆ ਜਾਵੇ, 3 ਸੀਟਾਂ ਆਣ, ਤੁਸੀਂ ਉਸ ਫਤਵੇ ਨੂੰ ਕਹਿ ਰਹੇ ਹੋ ਭੋਲੀ ਭਾਲੀ ਜਨਤਾ, ਉਹਨਾਂ ਨੂੰ ਪਤਾ ਕੁਝ ਨਹੀਂ। ਇਹਨਾਂ ਲੋਕਾਂ ਨੇ ਫੈਸਲਾ ਕੀਤਾ ਸੰਗਰੂਰ ਦੇ ਵਿੱਚ 5ਵੇਂ ਨੰਬਰ ਤੇ ਹੋ ਤੁਸੀਂ। ਲੋਕਾਂ ਦਾ ਨਹੀਂ, ਇਹ ਵਿਰੋਧੀ ਧਿਰਾਂ ਦੀ ਗੱਲ ਹੋ ਰਹੀ ਹੈ ਕਿ ਕਈ ਵਾਰੀ ਝੂਠ ਨੂੰ ਇਸ ਤਰੀਕੇ ਲੋਕ ਭੋਲੇ ਭਾਲੇ ਨਹੀਂ ਡਾਕਟਰ ਜਸਵਿੰਦਰ ਕੌਰ, ਲੋਕ ਸਿਆਣੇ ਹੋ ਚੁੱਕੇ ਆ, ਲੋਕ ਸਿਆਣੇ ਹੋ ਚੁੱਕੇ ਆ। ਸਾਰਿਆਂ ਨੂੰ ਦੱਸਦਾ ਉਹਨਾਂ ਨੇ, ਕਾਂਗਰਸ ਨੂੰ ਵੀ ਦੱਸਦਾ ਕਾਂਗਰਸ ਦੀ ਪੋਜੀਸ਼ਨ ਕੀ ਹੈ, ਅਕਾਲੀ ਦਲ ਨੂੰ ਵੀ ਦੱਸਦਾ ਅਕਾਲੀ ਦਲ ਦੀ ਪੋਜੀਸ਼ਨ ਕੀ ਹੈ, ਆਮ ਆਦਮੀ ਪਾਰਟੀ ਨੂੰ ਦੱਸਦਾ ਸੰਗਰੂਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਪੋਜੀਸ਼ਨ ਕੀ ਹੈ। ਲੋਕਾਂ ਨੂੰ ਭੋਲੇ ਭਾਲੇ, ਲੋਕ ਸਿਆਣੇ ਆ, ਜਾਗਰੂਕ ਹੈ। ਕੇਪੀ ਜੀ, ਆਮ ਆਦਮੀ ਪਾਰਟੀ ਦੀ ਪੋਜੀਸ਼ਨ ਤਾਂ ਤੁਹਾਨੂੰ ਉਹਨਾਂ ਦੀ 3 ਮਹੀਨੇ ਦੀ ਸਰਕਾਰ ਤੋਂ ਸੰਗਰੂਰ ਦਾ ਪਤਾ ਲੱਗ ਹੀ ਗਿਆ। ਮੇਰੇ ਕੋਲ ਵਕਤ ਹੋਣੇ ਨਹੀਂ ਹੈ। ਬਹੁਤ ਧੰਨਵਾਦ ਡਾਕਟਰ ਜਸਵਿੰਦਰ ਕੌਰ, ਬਹੁਤ ਧੰਨਵਾਦ। ਸਾਰੀਆਂ ਪਾਰਟੀਆਂ ਨੇ ਕ੍ਰੈਡਿਟ ਵਾਰ ਸ਼ੁਰੂ ਕਰ ਦਿੱਤੀ ਹੈ ਇਸ ਪੂਰੇ ਮਾਮਲੇ ਤੇ। ਬਹੁਤ ਧੰਨਵਾਦ ਤੁਹਾਡਾ। ਅਸ਼ਪੀ ਖੜਿਆਲ ਤੁਹਾਡਾ ਬਹੁਤ ਧੰਨਵਾਦ ਕਰਨਾ, ਜੈਪਾਲ ਸਿੰਘ ਤੁਹਾਡਾ ਬਹੁਤ ਧੰਨਵਾਦ, ਅਹਿਬਾਬ ਗਰੇਵਾਲ ਤੁਹਾਡਾ ਬਹੁਤ ਧੰਨਵਾਦ। ਮਲ ਕੇ ਬੇਅਦਬੀ ਮਾਮਲੇ 'ਚ ਫੈਸਲੇ ਤੇ ਸਵਾਲ ਬਹੁਤ ਸਾਰੇ ਹੈ, ਸਜ਼ਾ ਤੇ ਸਿਆਸਤ ਵੀ ਹੋ ਰਹੀ ਹੈ, ਪਰ ਕੁੱਲ ਮਿਲਾ ਕੇ ਮਲ ਕੇ ਬੇਅਦਬੀ ਮਾਮਲੇ ਦੇ ਵਿੱਚ ਅੱਗੇ ਕੀ ਹੋਊਗਾ, ਕਿੱਥੇ ਐਪਲੀਕੇਸ਼ਨ ਮੂਵ ਹੋਊਗੀ, ਕਿਹੜੀ ਧਾਰਾ ਲੱਗ ਸਕਦੀ ਸੀ, ਕਿਹੜੀ ਨਹੀਂ ਲਗਾਏਗੀ, ਬਹੁਤ ਸਾਰੇ ਸਵਾਲ ਉੱਠਣਗੇ। ਟੈਕਨੀਕਲਟੀਜ਼ ਤੁਹਾਡੇ ਤੋਂ ਲੁਕੋਈਆਂ ਜਾਣਗੀਆਂ। ਤੁਹਾਨੂੰ ਇਹ ਦੱਸਿਆ ਜਾਊਗਾ ਕਿ ਬਰਗਾੜੀ ਬੇਅਦਬੀ ਦੇ ਮਾਮਲੇ ਵਿੱਚ ਵੀ ਇਨਸਾਫ ਇਦਾਂ ਮਿਲੂਗਾ। ਤੁਹਾਨੂੰ ਇਹ ਦੱਸਿਆ ਜਾਊਗਾ 7 ਸਾਲ ਤੋਂ ਤੁਸੀਂ ਇੰਤਜ਼ਾਰ ਕਰਦੇ ਪਏ ਹੋ, ਤੁਹਾਡੇ ਅੱਗੇ ਪਰਸੈਪਸ਼ਨ ਬਿਲਡਿੰਗ ਕੀਤੀ ਜਾਊਗੀ, ਪਰ ਇਹ ਮਾਮਲਾ ਹੋਰ ਹੈ, ਉਹ ਮਾਮਲਾ ਹੋਰ ਹੈ। ਪਰ ਟਾਰਗੇਟ ਡੇਰੇ ਤੇ ਹੈ ਤੇ ਡੇਰਾ ਪ੍ਰੇਮੀਆਂ ਤੇ ਹੈ, ਤੇ ਸਾਰੇ ਡੇਰਾ ਪ੍ਰੇਮੀਆਂ ਤੇ ਸਵਾਲ ਹੈ ਜਾਂ ਡੇਰਾ ਮੁਖੀ ਤੇ ਸਵਾਲ ਹੈ ਜਾਂ ਇਹਦਾ ਕਨਸਪੀਰੇਟਰ ਹੈ ਜਿਹੜਾ ਉਹ ਇਹ ਸਰਕਾਰਾਂ, ਇਹ ਜਾਂਚ ਏਜੰਸੀਆਂ ਦੱਸਣਗੀਆਂ ਕਿ ਨਹੀਂ ਦੱਸਣਗੀਆਂ। ਸਾਡਾ ਸਵਾਲ ਇਹ ਹੈ। ਬਹੁਤ ਧੰਨਵਾਦ।